ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦਾ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਕਰਦੇ ਹਾਂ ਸਵਾਗਤ। ਤੁਸੀਂ ਇਸ ਵਕਤ ਲਾਈਵ ਜੁੜੇ ਹੋਏ ਹੋ ਜੀ ਬਠਿੰਡਾ ਸਟੂਡੀਓ ਤੋਂ ਅਤੇ ਮੈਂ ਜਸਪ੍ਰੀਤ ਸਿੰਘ ਹਾਜ਼ਰ ਹਾਂ ਜੀ ਪ੍ਰੋਗਰਾਮ ਦਾ ਇਹ ਹਿੱਸਾ ਲੈ ਕੇ। ਅਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਇਸ ਵਕਤ ਮੌਜੂਦ ਨੇ ਜੀ ਸੀਨੀਅਰ ਪੱਤਰਕਾਰ ਸਰਦਾਰ ਬਖਤਾਵਰ ਸਿੰਘ ਢਿੱਲੋਂ ਜੀ। ਸੋ ਢਿੱਲੋਂ ਸਾਹਿਬ ਦਾ ਕਰਦੇ ਹਾਂ ਸਵਾਗਤ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ। ਢਿੱਲੋਂ ਸਾਹਿਬ ਸੋ ਅੱਜ ਖਬਰਾਂ ਬਹੁਤ ਅਹਿਮ ਨੇ ਜੀ, ਬਹੁਤ ਖਾਸ ਖਬਰਾਂ ਨੇ ਅਤੇ ਬੜੇ ਵੱਡੇ ਮੁੱਦੇ ਜਿਹੜੇ ਪੂਰੇ ਦੇਸ਼ ਦੇ ਵਿੱਚ ਚੱਲ ਰਹੇ ਨੇ, ਜਿਹਦੇ ਵਿੱਚੋਂ ਇੱਕ ਮੁੱਦਾ ਜਿਹੜਾ ਹੈ ਦੇਸ਼ ਦੇ ਵਿੱਚ ਦੇਸ਼ ਦੀ ਨੌਜਵਾਨੀ ਨੂੰ ਲੈ ਕੇ ਬਹੁਤ ਚਰਚਾਵਾਂ ਦੇ ਵਿੱਚ ਹੈ ਜੀ। ਅਤੇ ਉਹ ਮੁੱਦਾ ਹੈ ਜੀ ਇੱਕ ਜਿਹੜੀ ਯੋਜਨਾ ਲਿਆਂਦੀ ਗਈ ਹੈ ਫੌਜ ਦੇ ਬਾਰੇ, ਅਗਨੀਪਥ ਯੋਜਨਾ। ਸੋ ਭਾਰਤ ਸਰਕਾਰ ਨੇ ਇਹ ਯੋਜਨਾ ਲਿਆਂਦੀ ਹੈ, ਪਰ ਪੂਰਾ ਉੱਤਰੀ ਭਾਰਤ ਹੁਣ ਇਹਦੇ ਖਿਲਾਫ ਉਬਲ ਗਿਆ ਜੀ। ਸੋ ਕੀ ਹਾਲਾਤ ਬਣੇ ਹੋਏ ਨੇ? ਦੇਖੋ, ਗੱਲ ਇਹ ਵੀ ਕਈ ਵਾਰੀ ਸਰਕਾਰਾਂ ਕੁਛ ਜਦੋਂ ਫੈਸਲੇ ਲੈਂਦੀਆਂ ਹੈ ਅਤੇ ਉਹਦੀ ਉਹ ਗੰਭੀਰਤਾ ਬਾਰੇ ਅਗਾਊਂ ਕੋਈ ਅਸੈਸਮੈਂਟ ਨਹੀਂ ਲਾਉਂਦੀਆਂ ਜੀ। ਸਿਆਣੀ ਸਰਕਾਰ ਉਹ ਹੁੰਦੀ ਹੈ ਜਾਂ ਸਰਕਾਰ ਦੇ ਸਲਾਹਕਾਰ ਜਿਹੜੇ ਜਦੋਂ ਕੋਈ ਫੈਸਲਾ ਲੈਂਦੇ ਹੈ ਉਹਦੇ ਨੈਗੇਟਿਵ ਅਤੇ ਪੋਜ਼ੀਟਿਵ ਦੋਨੇ ਪੱਖ ਦੇਖਦੀ ਹੈ। ਬਿਲਕੁਲ ਜੀ। ਕਿ ਇਹਦਾ ਪੋਜ਼ੀਟਿਵ ਪੱਖ ਕੀ ਹੋਊਗਾ, ਨੈਗੇਟਿਵ ਕੀ ਹੋਊ। ਇੱਥੇ ਹੁਣ ਆਪਾਂ ਇਹ ਦੇਖੀਏ ਜਿਹੜੀ ਇਹਨਾਂ ਨੇ ਅਗਨੀਪਥ ਯੋਜਨਾ ਦੇ ਤਹਿਤ ਅਗਨੀਵੀਰ ਭਰਤੀ ਕਰਨ ਦੀ ਯੋਜਨਾ ਬਣਾਈ ਹੈ ਜੀ, ਸਕੀਮ ਬਣਾਈ ਹੈ। ਕੀ ਹੈ ਉਹ ਯੋਜਨਾ? ਕਿ ਨੌਜਵਾਨ ਮੁੰਡੇ ਜਿਨ੍ਹਾਂ ਦੀ ਉਮਰ 17.5 ਸਾਲ ਤੋਂ ਲੈ ਕੇ 21 ਸਾਲ ਦੇ ਦਰਮਿਆਨ ਹੈ ਜੀ, ਉਹਨਾਂ ਨੂੰ ਭਰਤੀ ਕੀਤਾ ਜਾਊਗਾ ਫੌਜ ਦੇ ਵਿੱਚ ਅਤੇ ਉਹਨਾਂ ਨੂੰ ਉੱਕਾ ਪੁੱਕਾ ਸੈਲਰੀ ਦਿੱਤੀ ਜਾਊਗੀ ਪਰ ਮੰਥ ਜੀ। ਪਹਿਲੇ ਮਹੀਨੇ ਦੇ ਵਿੱਚ ਜਿਹੜੀ ਸੈਲਰੀ ਦਿੱਤੀ ਜਾਣੀ ਉਹਦੇ ਵਿੱਚ 9,500 ਰੁਪਈਏ ਪਹਿਲੇ ਸਾਲ ਦੇ ਵਿੱਚ ਕੱਟੇ ਜਾਣੇ। ਦੂਜੇ ਸਾਲ ਦੇ ਵਿੱਚ ਫੇਰ ਜਿਹੜੀ ਹੈ ਥੋੜ੍ਹੀ ਜਿਹੀ ਵੱਧ ਜੂਗੀ, ਹੋਰ ਥੋੜ੍ਹੇ ਵੱਧ ਕੱਟੇ ਜਾਣਗੇ। ਤੀਜੇ 4 ਸਾਲਾਂ ਦੀ ਉਹਨਾਂ ਦੀ ਨੌਕਰੀ ਹੈ, 6 ਮਹੀਨਿਆਂ ਦੀ ਉਹਨਾਂ ਦੀ ਟ੍ਰੇਨਿੰਗ ਹੈ। ਉਹਦੇ ਵਿੱਚ ਉਹਨਾਂ ਨੇ ਕੁਛ ਪੈਸੇ ਕੱਟ ਕੇ ਅਤੇ ਆਪਣੇ ਕੋਲ ਸਰਕਾਰ ਨੇ ਜਮ੍ਹਾਂ ਕਰ ਲੈਣੇ ਹੈ ਜੀ। 4 ਸਾਲਾਂ ਬਾਅਦ ਜਦੋਂ ਉਹਨਾਂ ਨੂੰ ਘਰੇ ਭੇਜਣਾ ਹੈ, ਰਿਟਾਇਰ ਨਹੀਂ ਕਰਨਾ, ਰਿਟਾਇਰਮੈਂਟ ਕੋਈ ਨਹੀਂ ਹੈ, ਸੇਵਾਵਾਂ ਹੀ ਖਤਮ ਜੀ। ਜਦੋਂ ਉਹਨਾਂ ਦੀਆਂ ਸੇਵਾਵਾਂ ਖਤਮ ਹੋਣਗੀਆਂ ਅਤੇ ਉਹਨਾਂ ਨੂੰ ਉਹ 10-11 ਲੱਖ ਰੁਪਈਆ ਫੜਾ ਦੇਣਾ ਵੀ ਆਹ ਲਓ ਭਾਈ ਆਪਣਾ ਕੋਈ ਕਾਰੋਬਾਰ ਕਰ ਲਓ। ਜਸਪ੍ਰੀਤ, ਅੱਜ ਦੇ ਜ਼ਮਾਨੇ ਦੇ ਵਿੱਚ ਕਾਰੋਬਾਰ 10-11 ਲੱਖ ਰੁਪਈਏ ਨਾਲ ਬੰਦਾ ਕੀ ਕਰ ਲਓ ਜੀ। ਦੂਜੇ ਪਾਸੇ ਅਸੀਂ ਇਹ ਦੇਖੀਏ, ਉਹਨਾਂ ਨੇ ਇਹ ਤਾਂ ਕਰ ਲਿਆ ਕਿ ਸਾਨੂੰ ਪੈਨਸ਼ਨ ਨਹੀਂ ਦੇਣੀ ਪੈਣੀ ਜੀ, ਸਾਨੂੰ ਤਨਖਾਹ ਨਹੀਂ ਦੇਣੀ ਪੈਣੀ। ਅਸਲ ਦੇ ਵਿੱਚ ਤੁਹਾਨੂੰ ਪਤਾ ਕਿ ਇਸ ਦੇਸ਼ ਦੇ ਵਿੱਚ ਸਾਬਕਾ ਫੌਜੀਆਂ ਨੇ ਇੱਕ ਬੜੀ ਵੱਡੀ ਮੁਹਿੰਮ ਛੇੜੀ ਹੋਈ ਸੀ, 1 ਰੈਂਕ 1 ਪੈਨਸ਼ਨ। ਬਿਲਕੁਲ ਜੀ। ਉਹਦੇ 'ਚ ਇਹ ਸੀ ਕਿ ਜਿਹੜੇ ਲੋਕ ਪਹਿਲਾਂ ਭਰਤੀ ਹੋਏ ਸੀ ਉਹਨਾਂ ਨੂੰ ਪੈਨਸ਼ਨ ਘੱਟ ਮਿਲਦੀ ਸੀ, ਮਗਰਲਿਆਂ ਨੂੰ ਵੱਧ ਮਿਲ ਗਈ, ਜਾਂ ਮਗਰਲਿਆਂ ਨੂੰ ਘੱਟ ਮਿਲਦੀ ਸੀ ਤੇ ਪਹਿਲਿਆਂ ਨੂੰ ਵੱਧ ਮਿਲਦੀ ਸੀ। ਉਹਨਾਂ ਨੇ ਕਹਿੰਦਾ ਕਿ ਜਿਸ ਰੈਂਕ ਤੋਂ ਕੋਈ ਬੰਦਾ ਚਾਹੇ ਉਹ 2000 'ਚ ਰਿਟਾਇਰ ਹੋਇਆ ਅਤੇ ਚਾਹੇ ਉਹ 2022 'ਚ ਰਿਟਾਇਰ ਹੋਇਆ, ਉਹਨਾਂ ਦੀ ਜਿੰਨੀ ਪੈਨਸ਼ਨ ਬਣਦੀ ਹੈ ਸਾਰਿਆਂ ਨੂੰ ਬਰਾਬਰ ਕੀਤੀ ਜਾਵੇ। ਠੀਕ ਹੈ ਜੀ। ਇਹਦੇ ਨਾਲ ਪਹਿਲਾਂ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਹੁੰਦੀ ਸੀ, ਉਹਨਾਂ ਨੇ ਡੰਗ ਟਪਾਈ ਕੀਤੀ, ਲਾਰੇ ਲੱਪੇ ਲਾਏ। ਲੇਕਿਨ 2014 ਦੀ ਪਾਰਲੀਮੈਂਟ ਦੀ ਇਲੈਕਸ਼ਨ ਹੈ, ਉਸ ਇਲੈਕਸ਼ਨ ਤੋਂ ਪਹਿਲਾਂ ਤੁਹਾਡੇ ਯਾਦ ਹੋਣਾ ਹਰਿਆਣੇ ਦੇ ਵਿੱਚ ਇੱਕ ਸਾਬਕਾ ਫੌਜੀਆਂ ਦੀ ਕਾਫੀ ਵੱਡੀ ਰੈਲੀ ਹੋਈ ਸੀ। ਬਿਲਕੁਲ ਜੀ। ਔਰ ਉਹ ਰੈਲੀ ਆਯੋਜਿਤ ਕੀਤੀ ਸੀ ਉਦੋਂ ਸੇਵਾ ਮੁਕਤ ਹੋ ਚੁੱਕੇ ਜਨਰਲ BK ਸਿੰਘ ਨੇ। ਉਹਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਉਦੋਂ ਕੈਂਡੀਡੇਟ ਸੀ, ਬਿਲਕੁਲ ਜੀ, ਨਰਿੰਦਰ ਮੋਦੀ ਸਾਹਿਬ, ਇਹਨਾਂ ਨੇ ਐਲਾਨ ਕੀਤਾ ਸੀ ਕਿ 1 ਰੈਂਕ 1 ਪੈਨਸ਼ਨ ਦੀ ਯੋਜਨਾ ਨੂੰ ਅਸੀਂ ਲਾਗੂ ਕਰਾਂਗੇ ਇਸ ਦੇਸ਼ ਦੇ ਵਿੱਚ ਜੀ। ਉਹ ਫਿਰ ਇਹਨਾਂ ਨੂੰ ਕੌੜੇ ਕਸੈਲੇ ਘੁੱਟ ਭਰਨੇ ਪਏ, ਹੌਲੀ ਹੌਲੀ ਕਰਕੇ ਮੀਂਗਣਾ ਘੋਲ ਕੇ, ਮਤਲਬ ਜਿਹੜਾ ਦੁੱਧ ਦਿੱਤਾ, ਥੋੜ੍ਹਾ ਥੋੜ੍ਹਾ ਕਰਕੇ ਇਹਨਾਂ ਨੇ ਫਿਰ ਉਹਨਾਂ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ। ਹੁਣ ਆਪਾਂ ਜੇ ਦੇਖੀਏ ਤਾਂ ਆਮ ਜਨਰਲ ਮੁਲਾਜ਼ਮਾਂ ਵਾਸਤੇ ਵੀ ਜਿਹੜੀ ਹੁਣ ਨਵੇਂ ਮੁਲਾਜ਼ਮਾਂ ਵਾਸਤੇ ਤਾਂ ਕੋਈ ਪੈਨਸ਼ਨ ਹੀ ਨਹੀਂ ਹੈ। ਬਿਲਕੁਲ। ਪੈਨਸ਼ਨ ਖਤਮ ਕਰ ਦਿੱਤੀ। ਥਾਂ ਥਾਂ ਦੇ ਉੱਤੇ ਜਿਹੜੇ ਸਿਵਲ ਦੇ ਮੁਲਾਜ਼ਮ ਹੈ ਜਾਂ ਫੋਰਸਿਸ ਦੇ ਮੁਲਾਜ਼ਮ ਹੈ, ਉਹ ਇਸ ਗੱਲ ਦੇ ਉੱਤੇ ਐਜੀਟੇਸ਼ਨ ਕਰ ਰਹੇ ਹੈ ਕਿ ਸਾਨੂੰ ਜਿਹੜੀਆਂ ਹੈਗੀਆਂ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਹੈ ਬਹਾਲ ਕਰਕੇ ਅਤੇ ਉਹ ਪੈਸੇ ਦਿੱਤੇ ਜਾਣ। ਬਿਲਕੁਲ ਜੀ। ਰਾਜਸਥਾਨ ਦੇ ਵਿੱਚ ਸਰਕਾਰ ਨੇ ਕਰ ਦਿੱਤਾ ਹੈ। ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਦਾ ਵੀ ਆ ਗਿਆ ਕਿ ਇਹ ਵੀ ਰਾਜਸਥਾਨ ਅਤੇ ਕੁਝ ਹੋਰ ਸੂਬੇ ਹੈ ਜਿਨ੍ਹਾਂ ਸਰਕਾਰਾਂ ਨੇ ਫੈਸਲੇ ਲਏ ਆ ਉਹਨੂੰ ਜਾਂਚ ਰਹੀ ਹੈ। ਲੇਕਿਨ ਭਾਰਤ ਸਰਕਾਰ ਨੇ ਫੌਜ ਦੇ ਮਾਮਲੇ ਦੇ ਵਿੱਚ ਕੀ ਕੀਤਾ, ਉਹਨਾਂ ਨੂੰ ਕਹਿਤਾ ਲਓ ਜੀ ਠੀਕ ਹੈ, ਕੋਈ ਗੱਲ ਨਹੀਂ, ਤੁਸੀਂ ਜਾਓ। ਇਹ ਉਹਨਾਂ ਨੇ ਪੋਜ਼ੀਟਿਵ ਪੱਖ ਦੇਖ ਲਿਆ ਕਿ ਸਾਨੂੰ ਘੱਟ ਪੈਸੇ ਦੇਣੇ ਪੈਣਗੇ, ਥੋੜ੍ਹੇ ਪੈਸਿਆਂ ਦੇ ਨਾਲ ਸਾਨੂੰ 4 ਸਾਲਾਂ ਵਾਸਤੇ ਫੌਜੀ ਮਿਲ ਜਾਣਗੇ। ਬਿਲਕੁਲ। ਲੇਕਿਨ ਇਹਦਾ ਨਕਾਰਾਤਮਕ ਪੱਖ ਨਹੀਂ ਦੇਖਿਆ ਕਿ ਇਹਦਾ ਉਲਟ ਅਸਰ ਕੀ ਪਊ। ਪਹਿਲੀ ਗੱਲ ਤਾਂ ਉਲਟ ਅਸਰ ਮੈਂ ਯਾਦ ਕਰਾਉਣਾ ਚਾਹੁੰਦਾ ਤੁਹਾਨੂੰ, ਤੁਹਾਡੇ ਯਾਦ ਹੋਣਾ ਹੈ 1999 ਦੀ ਗੱਲ ਹੈ। 1999 'ਚ BP ਸਿੰਘ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸੀ। ਅੱਛਾ ਜੀ। BP ਸਿੰਘ ਦੇ ਜ਼ਮਾਨੇ ਦੇ ਵਿੱਚ ਇੱਕ ਸੀ ਮੰਡਲ ਰਿਪੋਰਟ, ਮੰਡਲ ਕਮਿਸ਼ਨ ਬਣਿਆ ਹੋਇਆ ਸੀ ਜੀ। ਉਹ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਸਵਾਲ ਸੀ ਕਿਵੇਂ ਕੀਤਾ ਜਾਵੇ। ਇਹ ਇੰਦਰਾ ਗਾਂਧੀ ਵੇਲੇ ਦਾ ਕਮਿਸ਼ਨ ਬਣਿਆ ਹੋਇਆ ਸੀ। ਅੱਛਾ ਜੀ। ਲੇਕਿਨ ਇੰਦਰਾ ਗਾਂਧੀ ਨੇ ਉਸ ਕਮਿਸ਼ਨ ਦੇ ਉੱਤੇ ਅਮਲ ਨਹੀਂ ਸੀ ਕੀਤਾ। ਉਹਨੇ ਕਿਹਾ ਰਿਪੋਰਟ ਪਾਸੇ ਕਰਕੇ ਰੱਖ ਦੇ, ਉਹਨੂੰ ਦੇਖਾਂਗੇ ਹੌਲੀ ਹੌਲੀ,
ਇਹ ਤਾਂ ਅਜਿਹਾ ਜਿੰਨਾ ਜੇ ਆਪਾਂ ਬੋਤਲ ਚੋਂ ਕੱਢ ਲਿਆ ਤੇ ਮੁੜ ਕੇ ਵੜਨਾ ਨਹੀਂ। ਹਾਂਜੀ, ਉਹਨੇ ਛੇੜਿਆ ਨਾ। ਤੇ ਜਦੋਂ ਸਰਕਾਰ ਬਦਲ ਗਈ, ਰਾਜੀਵ ਗਾਂਧੀ ਲਾਂਭੇ ਹੋ ਗਿਆ, ਉਹਨੂੰ ਲਾਂਭੇ ਕਰਕੇ ਤੇ ਬੀਪੀ ਸਿੰਘ ਹੋਰੀ ਪ੍ਰਧਾਨ ਮੰਤਰੀ ਬਣ ਗਏ। ਉਹਨਾਂ ਦਿਨਾਂ 'ਚ ਬੋਫਰਸ ਕਾਂਡ ਹੋਇਆ ਸੀ। ਬਿਲਕੁਲ। ਉਹਨੂੰ ਜਿਹੜੇ ਉਹਦੇ ਸੱਜਣ ਮਿੱਤਰ ਸੀ ਨਾਲ ਦੇ ਲੋਕ, ਉਹ ਕਹਿੰਦੇ ਜੀ ਲਓ ਹੁਣ ਆਪਾਂ ਜੇ ਵੋਟਾਂ ਬਣਾਉਣੀਆਂ, ਜਿਹੜੇ ਬੈਕਵਰਡ ਕਲਾਸਿਸ ਹੈ, ਬੈਕਵਰਡ ਕਲਾਸਿਸ ਵਾਲਿਆਂ ਨੂੰ ਆਪਾਂ ਨਾਲ ਲਾਉਣਾ, ਤਾਂ ਆ ਮੰਡਲ ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਕਰ ਦਿਓ। ਉਹਨਾਂ ਨੇ ਵੀ ਉਦੋਂ ਦਾ ਨੈਗੇਟਿਵ ਪੋਜ਼ਿਟਿਵ ਨਹੀਂ ਦੇਖਿਆ ਸੀ ਤੇ ਉਹ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰ ਦਿੱਤਾ ਸੀ। ਬਿਲਕੁਲ। ਨਤੀਜਾ ਕੀ ਹੋਇਆ ਸੀ? ਸਾਰੇ ਦੇਸ਼ ਦੇ ਵਿੱਚ ਇੱਕ ਕੰਪੇਨ ਖੜੀ ਹੋਈ ਸੀ ਉਹਦੇ ਖਿਲਾਫ, ਔਰ ਮੇਰੇ ਖਿਆਲ ਮੁਤਾਬਕ 100 ਤੋਂ ਵੱਧ ਮੁੰਡਿਆਂ ਨੇ ਸੁਸਾਈਡਸ ਕਰ ਲਈਆਂ ਸੀ ਉਸ ਵੇਲੇ। ਅੱਛਾ ਜੀ। ਐਡੀ ਭਿਆਨਕਤਾ ਦੀ ਸਥਿਤੀ ਸੀ ਜੀ। ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਨੇ ਇਸ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਪੁਰਾਣਾ ਪੱਖ ਨਹੀਂ ਦੇਖਿਆ ਕਿ ਇਹਦਾ ਕੀ ਹੋਊਗਾ। ਦੂਜੀ ਗੱਲ, ਅੱਜ ਅਸੀਂ ਜਿਹੜੇ ਹੈਗੇ ਆ 17.5 ਸਾਲ ਦੇ ਬੱਚੇ ਭਰਤੀ ਕਰਦੇ ਆ, 4 ਸਾਲ ਉਹਨਾਂ ਨੇ ਲਾਉਣਾ ਹੈ, 6 ਮਹੀਨੇ ਉਹਨਾਂ ਦੀ ਹੋਗੀ ਟ੍ਰੇਨਿੰਗ, 18 ਤੇ 4 22-23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਵਾਪਸ ਆ ਜਾਣਾ। ਹਾਂਜੀ। ਉਹਨਾਂ ਨੂੰ ਹੁਣ ਇਹਨਾਂ ਨੇ ਕਹਿ ਦਿੱਤਾ, ਉਹ ਕਹਿੰਦੇ ਜੀ ਸਾਡਾ ਬਣੂਗਾ ਕੀ। ਅੱਜ ਵੱਖ-ਵੱਖ ਵਜ਼ੀਰਾਂ ਦੇ ਟਵੀਟ ਵੀ ਆਈ ਜਾਂਦੇ ਆ, ਬਿਆਨ ਵੀ ਆਈ ਜਾਂਦੇ ਆ, ਕਹਿੰਦੇ ਜੀ ਪੁਲਿਸ ਦੇ ਵਿੱਚ ਵੀ ਤੁਹਾਨੂੰ ਅਸੀਂ ਭਰਤੀ ਕਰਨ ਦੇ ਵਿੱਚ ਪਹਿਲ ਦੇਵਾਂਗੇ, ਪੈਰਾਮਿਲਟਰੀ ਫੋਰਸਿਸ ਦੇ ਵਿੱਚ ਵੀ ਪਹਿਲ ਦੇਵਾਂਗੇ, ਫਲਾਣੇ 'ਚ ਵੀ ਪਹਿਲ ਦੇਵਾਂਗੇ, ਧਮਕੇ 'ਚ ਵੀ। ਇਹ ਅਸੀਂ ਵਾਅਦਾ ਕਰਦੇ, ਇਹ ਵਾਅਦਾ ਪ੍ਰਬੰਧ ਨਹੀਂ ਕੀਤਾ ਜੀ। ਜੇ ਤਾਂ ਕੋਈ ਕਾਨੂੰਨੀ ਤੌਰ ਤੇ ਪ੍ਰਬੰਧ ਕੀਤਾ ਹੋਵੇ, ਐਕਟ ਬਣਾਇਆ ਹੋਵੇ ਜਿਹੜਾ ਇਹ ਕਰਦੇ ਆ, ਫਿਰ ਤਾਂ ਗੱਲ ਠੀਕ ਹੈ। ਬਾਅਦ ਦੇ ਸਿਆਸਤਦਾਨ ਕਿੰਨੇ ਕੁ ਪੂਰੇ ਕਰਦੇ, ਕੱਲ੍ਹ ਨੂੰ ਕੀ ਪਤਾ ਸਰਕਾਰ ਨੇ ਰਹਿਣਾ ਕਿ ਨਹੀਂ ਰਹਿਣਾ। ਬਿਲਕੁਲ। ਕੋਈ ਨਵੀਂ ਸਰਕਾਰ ਆ ਜੇ, ਵਾਅਦਾ ਇਹ ਕਰ ਲਏ ਤੇ ਨਵੀਂ ਸਰਕਾਰ ਉਹਨੂੰ ਕਿਵੇਂ ਲਾਗੂ ਕਰੂਗੀ। ਵਾਅਦੇ ਦਾ ਚਰਨਜੀਤ ਸਿੰਘ ਚੰਨੀ ਨੇ ਬੜੇ ਕੀਤੇ ਸੀ, ਪਰ ਉਹ ਵਾਅਦੇ ਕਿੰਨੇ ਕੁ ਲਾਗੂ ਹੋ ਗਏ, ਕਿੰਨੇ ਕੁ, ਹਾਲਾਂਕਿ ਲਗਭਗ ਉਹੇ ਜਿਹੇ ਵਾਅਦੇ ਭਗਵੰਤ ਸਿੰਘ ਮਾਨ ਹੋਰਾਂ ਨੇ ਕੀਤੇ, ਲਾਗੂ ਤਾਂ ਹਾਲੇ ਤੱਕ ਇਹਨਾਂ ਦੇ ਨਹੀਂ ਹੋਏ। ਇਸ ਕਰਕੇ ਸਿਆਸਤਦਾਨਾਂ ਦੇ ਉੱਤੇ ਕੋਈ ਬਹੁਤਾ ਇਤਬਾਰ ਨਹੀਂ ਕੀਤਾ ਜਾ ਸਕਦਾ। ਇਹਦੇ ਨਾਲ ਜਿਹੜਾ ਮੈਨੂੰ ਖਦਸ਼ਾ, ਮੈਨੂੰ ਡਰ ਹੈ, ਉਹ ਇਹ ਹੈ ਕਿ ਜਦੋਂ 22 ਸਾਲ ਦੇ 23 ਸਾਲ ਦੇ ਲੜਕੇ ਫੌਜ ਦੇ ਵਿੱਚ 4 ਸਾਲ ਲਾਏ, ਟ੍ਰੇਨਡ ਉਹ ਹੋਏ ਵੇ, ਉਹ ਨਿਰਾ ਬਰੂਦ ਹੋ। ਬਿਲਕੁਲ ਜੀ। ਜਦੋਂ ਉਹਨਾਂ ਨੂੰ ਨੌਕਰੀ ਨਾ ਮਿਲੀ ਤੇ ਉਸ ਵੇਲੇ ਉਹਨਾਂ ਨੂੰ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਇਸਤੇਮਾਲ ਕਰ ਸਕਦੀਆਂ। ਬਿਲਕੁਲ ਜੀ। ਅੱਜ ਮੈਂ ਇੱਕ ਬਿਆਨ ਸੁਣ ਰਿਹਾ ਸੀ, ਭਾਰਤ ਸਰਕਾਰ ਦੇ ਕਿਸੇ ਬੁਲਾਰੇ ਦਾ ਬਿਆਨ ਆਇਆ ਸੀ। ਉਹ ਕਹਿੰਦਾ ਭਾਰਤ ਦੀ ਫੌਜ ਬੜੀ ਦੇਸ਼ ਭਗਤ ਹੈ ਜੀ। ਭਾਰਤ ਦੀ ਫੌਜ ਬੜੀ ਦੇਸ਼ ਭਗਤ ਹੈ। ਭਾਰਤ ਦੀ ਫੌਜ ਹਮੇਸ਼ਾ ਹੀ ਡਿਸਪਲਿਨ ਦੇ ਵਿੱਚ ਰਹਿੰਦੀ ਹੈ। ਭਾਰਤ ਦੀ ਫੌਜ ਉਹ ਦੇਸ਼ ਭਗਤ ਹੈ ਜਿਹੜੀ ਨੂੰ ਬਕਾਇਦਾ 5-5, 10-10, 15-15 ਸਾਲ ਜਿਹੜੇ ਬੰਦੇ ਅੰਦਰ ਲਾਉਂਦੇ। ਲੇਕਿਨ ਜਿਹਨਾਂ ਨੂੰ ਤੁਸੀਂ ਟ੍ਰੇਨ ਕਰਕੇ ਵਿਹਲੇ ਕਰ ਦਿਓਗੇ ਤੇ ਵਿਹਲੇ ਹੱਥ ਸ਼ੈਤਾਨ ਦਾ ਘਰ, ਵਿਹਲੇ ਦਿਮਾਗ ਜਿਹੜੇ ਹੈਗੇ ਪੁੱਠੇ ਪਾਸੇ ਸੋਚਣਗੇ। ਇਹ ਚੀਜ਼ਾਂ ਦੇਖਣੇ, ਹੁਣ ਤੁਸੀਂ ਦੇਖੋ ਕਿ ਸਰਕਾਰ ਵਜਦਾ ਕਿ ਅਸੀਂ ਇਹਨੂੰ ਲਾਗੂ ਕਰਨਾ ਹੈ, ਲੇਕਿਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਹੈ। ਬਿਲਕੁਲ। ਬਿਹਾਰ ਦੇ ਵਿੱਚ ਤਾਂ ਗੱਡੀਆਂ ਨੂੰ ਅੱਗ ਤੱਕ ਲਾ ਦਿੱਤੀ ਹੈ। ਹਾਂਜੀ। ਚਾਹੇ ਤੁਸੀਂ ਰਾਜਸਥਾਨ ਦੇਖ ਲਓ, ਚਾਹੇ ਤੁਸੀਂ ਹਰਿਆਣਾ ਦੇਖ ਲਓ, ਈਵਨ ਦਿੱਲੀ ਦੇ ਵਿੱਚ ਵੀ ਅੱਜ ਦੀ ਖਬਰ ਹੈ, ਦਿੱਲੀ ਦੇ ਵਿੱਚ ਤਾਂ ਵੀ ਪਹਿਲਾਂ ਮੈਟਰੋ ਸਟੇਸ਼ਨ ਬੰਦ ਕਰਦੇ ਸੀ, ਫਿਰ ਮੈਟਰੋ ਸਟੇਸ਼ਨ ਖੋਲ੍ਹ ਦਿੱਤੇ। ਇਹ ਜਿਹੜੀ ਇਸ ਕਿਸਮ ਦੀ ਭਿਆਨਕਤਾ ਬੜੀ ਖਤਰਨਾਕ ਹੈ। ਸਰਕਾਰ ਹੁਣ ਜਿਹੜੇ ਮੌਕੇ ਦੇ ਉੱਤੇ ਸਰਕਾਰ ਨੇ ਫੈਸਲਾ ਲਿਆ ਹੈ, ਉਹ ਮੌਕਾ ਬੜਾ ਜਿਹੜਾ ਹੈਗਾ ਖਤਰਨਾਕ ਹੈ। ਮੈਂ ਯਾਦ ਕਰਾਉਣੀ ਚਾਹੁੰਦਾ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਵਾਲਾ ਫੈਸਲਾ ਇੰਦਰਾ ਗਾਂਧੀ ਨੇ ਲਿਆ ਸੀ, ਉਹਨੇ ਵੀ ਨੈਗੇਟਿਵ ਤੇ ਪੋਜ਼ਿਟਿਵ ਨਹੀਂ ਦੇਖਿਆ ਸੀ। ਉਸ ਵੇਲੇ ਫੌਜ ਦੇ ਵਿੱਚੋਂ ਬਗਾਵਤ ਹੋ ਗਈ ਸੀ। ਅੱਛਾ ਜੀ। ਸਿੱਖ ਫੌਜੀਆਂ ਨੇ ਬਗਾਵਤ ਕਰਤੀ ਸੀ, ਰਸਤੇ ਦੇ ਵਿੱਚ ਉਹਨਾਂ ਨੂੰ ਘੇਰਿਆ ਗਿਆ, ਕਈ ਉਹਨਾਂ 'ਚੋਂ ਫੜੇ ਗਏ, ਮਾਰੇ ਵੀ ਗਏ ਸੀ ਕੁਛ ਲੋਕ। ਔਰ ਬਾਅਦ ਦੇ ਵਿੱਚ ਤੁਸੀਂ ਇਹ ਦੇਖੋ ਕਿ ਉਹ ਜਿਹੜਾ ਨਸੂਰ ਕਿੱਥੋਂ ਤੱਕ ਚਲਾ ਗਿਆ ਸੀ। ਸਾਡੇ ਕੋਲੋਂ ਦੇਸ਼ ਦੀ ਪ੍ਰਧਾਨ ਮੰਤਰੀ ਚਲੀ ਗਈ, ਕਿ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਹੋ ਗਿਆ, ਔਰ ਉਸੇ ਵੇਲੇ ਦਿੱਲੀ ਦੇ ਵਿੱਚ ਸਿੱਖਾਂ ਦਾ ਕਿੱਡਾ ਵੱਡਾ ਕਤਲੇਆਮ ਹੋਇਆ ਸੀ। ਸੋ ਸਰਕਾਰ ਨੂੰ ਚਾਹੀਦਾ ਕਿ ਕੋਈ ਫੈਸਲਾ ਲੈਣ ਤੋਂ ਪਹਿਲਾਂ ਫੈਸਲੇ ਦੇ ਨਾ ਪੱਖੀ ਤੇ ਹਾਂ ਪੱਖੀ ਇਹ ਦੋਨੇ ਜਿਹੜੇ ਹੈ ਨੁਕਤੇ ਵਿਚਾਰਨੇ ਚਾਹੀਦੇ। ਇਹਦਾ ਫਾਇਦਾ ਕਿੰਨਾ ਹੋਊਗਾ, ਨੁਕਸਾਨ ਕਿੰਨਾ ਹੋਊ, ਆਪਾਂ ਕਾਮਨਾ ਕਰਦੇ ਹਾਂ, ਅਪੀਲ ਕਰਦੇ ਹਾਂ ਐਜੀਟੇਟਰ ਬੱਚੇ ਜਿਹੜੇ ਉਹਨਾਂ ਨੂੰ ਵੀ, ਕਿ ਤੁਸੀਂ ਅੰਦੋਲਨ ਕਰਨਾ ਤੁਹਾਡਾ ਸੰਵਿਧਾਨ ਹੱਕ ਹੈ, ਤੁਸੀਂ ਕਰੋ, ਲੇਕਿਨ ਭੰਨ ਤੋੜ ਦੀ ਕਾਰਵਾਈ ਬਿਲਕੁਲ ਨਾ ਕਰੋ। ਜੇ ਅਸੀਂ ਟ੍ਰੇਨਾਂ ਨੂੰ ਅੱਗ ਲਾਉਣੇ ਆ, ਜੇ ਅਸੀਂ ਬੱਸਾਂ ਨੂੰ ਅੱਗ ਲਾਉਣੇ ਆ, ਉਹ ਕੌਮੀ ਨੁਕਸਾਨ ਹੈ। ਉਹ ਤੁਹਾਡੇ ਹੀ ਮਾਪਿਆਂ ਦਾ ਜਿਹੜਾ ਟੈਕਸ ਦਿੱਤਾ ਹੋਇਆ ਉਹਦੇ ਵਿੱਚੋਂ ਚੀਜ਼ਾਂ ਬਣੀਆਂ ਵੀ। ਕਿਰਪਾ ਕਰਕੇ ਇਹ ਕੰਮ ਨਾ ਕਰੋ। ਤੁਸੀਂ ਆਪਣੀਆਂ ਜ਼ਿੰਦਗੀਆਂ ਦੇ ਲਈ ਵੀ ਕੋਈ ਮੁਸੀਬਤ ਨਾ ਸਹੇੜੋ, ਕਿਉਂਕਿ ਨੌਜਵਾਨ ਉਮਰ ਦੇ ਵਿੱਚ ਜੇ ਹੁਣ ਤੁਹਾਡੇ ਖਿਲਾਫ ਕੇਸ ਬਣ ਜਾਂਦੇ ਹੈ। ਕੱਲ੍ਹ ਆ ਗਿਆ ਕਹਿੰਦੇ ਜੀ ਕੁਛ ਬੰਦਿਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਖਿਲਾਫ ਕੇਸ ਰਜਿਸਟਰ ਹੋਇਆ ਸੀ ਪਲਵਲ, 80-90 ਬੰਦਿਆਂ ਦੀ ਪਛਾਣ ਹੋ ਗਈ। ਅੱਜ 80-90 ਲੜਕਿਆਂ 'ਤੇ ਜਿਹੜੇ ਰੁਜ਼ਗਾਰ ਦੀ ਖਾਤਰ, ਨੌਕਰੀ ਦੀ ਖਾਤਰ ਪ੍ਰੋਟੈਸਟ ਕਰਦੇ, ਉਹਨਾਂ 'ਤੇ FIR ਹੋ ਗਈਆਂ, ਤਾਂ ਉਹਨਾਂ ਦਾ ਭਵਿੱਖ ਤਾਂ ਤਬਾਹ ਹੋ ਗਿਆ। ਇਸ ਕਰਕੇ ਉਹਨਾਂ ਨੂੰ ਵੀ ਚਾਹੀਦਾ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਾਲਾਪਣ ਨਾ ਕਰਨ। ਤੁਸੀਂ ਸਬਜੈਕਟਿਵ ਤੇ ਆਬਜੈਕਟਿਵ ਹੋ ਕੇ ਦੋਨਾਂ ਪੱਖਾਂ ਤੋਂ ਸੋਚੋ ਇਹਨੂੰ, ਔਰ ਇਹਦਾ ਪ੍ਰੋਪਰ ਹੱਲ ਲੈ ਲਓ, ਕੱਢੋ। ਜੀ ਬਿਲਕੁਲ ਜੀ। ਸੋ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਸਰਕਾਰ ਵੀ ਜਿਹੜੀ ਹੈ ਇਹਨਾਂ
ਨੌਜਵਾਨਾਂ ਦੀ ਜਿਹੜਾ ਪ੍ਰੋਟੈਸਟ ਹੈ ਉਹਦੇ ਵੱਲ ਧਿਆਨ ਦੇਵੇਗੀ ਤੇ ਕਿਉਂ ਉਹ ਪ੍ਰੋਟੈਸਟ ਕਰ ਰਹੇ ਨੇ। ਸੋ ਇਸ ਨੂੰ ਜਿਹੜਾ ਸਹੀ ਤਰੀਕੇ ਨਾਲ ਛੇਤੀ ਹੀ ਨਿਪਟਾਉਣ ਦਾ ਯਤਨ ਸਰਕਾਰ ਵੱਲੋਂ ਵੀ ਕੀਤਾ ਜਾਵੇਗਾ ਅਤੇ ਖਾਸ ਕਰਕੇ ਨੌਜਵਾਨਾਂ ਦਾ ਵੀ ਅਸੀਂ ਆਸ ਕਰਦੇ ਹਾਂ ਕਿ ਉਹ ਵੀ ਹਿੰਸਕ ਗਤੀਵਿਧੀਆਂ ਤੋਂ ਦੂਰ ਰਹਿਣ, ਤਾਂ ਹੀ ਉਹਨਾਂ ਦੇ ਭਵਿੱਖ ਲਈ ਵੀ ਇਹੀ ਚੰਗਾ ਹੋਏਗਾ। ਸੋ ਇਸੇ ਦੌਰਾਨ ਹੁਣ ਆਪਾਂ ਅਗਲੀ ਖਬਰ ਜਿਹੜੀ ਲੈਣੀ ਚਾਹਾਂਗੇ ਜੀ, ਉਹ ਹੈ ਜੀ ਯੂਪੀ ਦੀ ਸਰਕਾਰ ਬੁਲਡੋਜ਼ਰ ਬਹੁਤ ਚਲਾਉਂਦੀ ਹੈਗੀ, ਘਰਾਂ ਨੂੰ ਬਹੁਤ ਇਹਨਾਂ ਨੇ ਢਾਇਆ ਵੀ ਹੈ। ਹੁਣ ਉਸ ਮਾਮਲੇ ਦੇ ਵਿੱਚ ਹੁਣ ਜਵਾਬ ਮੰਗ ਲਿਆ ਜੀ ਸੁਪਰੀਮ ਕੋਰਟ ਨੇ ਇਹਨਾਂ ਤੋਂ। ਜਸਪ੍ਰੀਤ, ਸਾਨੂੰ ਇਸ ਮਾਮਲੇ ਦੇ ਥੋੜ੍ਹਾ ਪਿਛੋਕੜ 'ਚ ਜਾਣਾ ਪੈਣਾ ਜੀ। ਪਹਿਲਾਂ ਆਪਣੇ ਧਿਆਨ 'ਚ ਹੀ ਇਹ ਗੱਲ ਕਿ ਜਹਾਂਗੀਰਪੁਰੀ ਦੇ ਵਿੱਚ ਵੀ ਅਜਿਹਾ ਹੋਇਆ ਸੀ। ਬਿਲਕੁਲ ਜੀ। ਉੱਥੇ ਵੀ ਕੋਈ ਐਜੀਟੇਸ਼ਨ ਹੋਈ ਸੀ, ਕੋਈ ਪ੍ਰੋਟੈਸਟ ਹੋਇਆ ਸੀ, ਮੁਸਲਿਮ ਭਾਈਚਾਰੇ ਨੇ ਪ੍ਰੋਟੈਸਟ ਕੀਤਾ ਸੀ ਔਰ ਉਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਲੀਡਰ ਨੇ ਇਹ ਬਿਆਨ ਦੇ ਦਿੱਤਾ ਸੀ, ਕਹਿ ਦਿੱਤਾ ਸੀਗਾ, ਹੁਕਮ ਦੇ ਦਿੱਤਾ ਸੀ, ਮੈਂ ਬਿਆਨ ਨਹੀਂ ਕਹੂੰਗਾ, ਹੁਕਮ ਦੇ ਦਿੱਤਾ ਸੀਗਾ ਜਿਹੜੀ ਸੰਬੰਧਿਤ ਨਗਰ ਨਿਗਮ ਹੈ ਕਿ ਕੱਲ੍ਹ ਨੂੰ ਬੁਲਡੋਜ਼ਰ ਫੇਰ ਦਿਓ ਉਸ ਇਲਾਕੇ ਵਿੱਚ। ਅਤੇ ਕਈ ਲੋਕਾਂ ਦੇ ਉੱਥੇ ਘਰ ਘਾਟ ਕਾਰੋਬਾਰ ਆ ਕੇ ਉਹਨੇ ਤਬਾਹ ਕਰਤੇ ਸੀ ਜੀ। ਉਦੋਂ ਵੀ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ ਸੀ ਅਤੇ ਮਾਣਯੋਗ ਸੁਪਰੀਮ ਕੋਰਟ ਨੇ ਅਗਾਂਹ ਤੋਂ ਢੋਆ ਢੁਆਈ ਦੇ ਉੱਤੇ ਰੋਕ ਲਾਤੀ ਸੀ ਕਿ ਅਜਿਹਾ ਕੁਛ ਨਹੀਂ ਹੋਣਾ ਚਾਹੀਦਾ ਜੀ। ਲੇਕਿਨ ਸਾਡੇ ਦੇਸ਼ ਦੇ ਵਿੱਚ ਇੱਕ ਚਲਣ ਬਣ ਗਿਆ ਕਿ ਅਸੀਂ ਇਹ ਕੁਛ ਕਰਨਾ, ਅਤੇ ਹੁਣ ਯੂਪੀ ਦੇ ਵਿੱਚੋਂ ਗੱਲ ਸ਼ੁਰੂ ਹੋ ਗਈ ਹੈ। ਅੱਛਾ ਜੀ। ਆਪਾਂ ਨੂੰ ਪਿਛੋਕੜ 'ਚ ਜਾਣਾ ਵੀ ਯੂਪੀ ਦੇ ਵਿੱਚ ਅਜਿਹਾ ਹੋਇਆ ਕਿਉਂ। ਬਿਲਕੁਲ ਜੀ। ਉੱਥੇ ਜੇ ਪ੍ਰੋਟੈਸਟ ਕੀਤਾ ਮੁਸਲਿਮ ਭਾਈਚਾਰੇ ਨੇ, ਕਿਉਂ ਕੀਤਾ, ਪ੍ਰੋਟੈਸਟ ਦਾ ਕਾਰਨ ਕੀ ਸੀ। ਅਸਲ ਦੇ ਵਿੱਚ ਹੋਇਆ ਇਹ ਸੀ ਕਿ ਟਾਈਮਜ਼ ਨਾਓ ਇੱਕ ਟੀਵੀ ਚੈਨਲ ਹੈ, ਬਿਲਕੁਲ ਜੀ, ਉਹਦੇ 'ਤੇ ਇੱਕ ਡਿਬੇਟ ਕਰਵਾਈ ਉਹਨਾਂ ਦੀ ਇੱਕ ਐਂਕਰ ਬੀਬੀ ਨੇ। ਉਸ ਡਿਬੇਟ ਦੇ ਵਿੱਚ ਉਹਨਾਂ ਨੇ ਕੁਛ ਮੁਸਲਿਮ ਪੱਖ ਦੇ ਬੰਦੇ ਵੀ ਬੁਲਾਏ ਹੋਣਗੇ, ਮੈਂ ਉਹ ਡਿਬੇਟ ਦੇਖੀ ਨਹੀਂ, ਵੈਸੇ ਮੈਂ ਖਬਰਾਂ ਹੀ ਪੜ੍ਹੀਆਂ। ਅੱਛਾ ਜੀ। ਲੇਕਿਨ ਹਿੰਦੂ ਪੱਖ ਤੋਂ ਉਹਨਾਂ ਨੇ ਨੂਪੁਰ ਸ਼ਰਮਾ, ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਪੋਕਸਪਰਸਨ ਹੈ, ਭਾਰਤੀ ਜਨਤਾ ਪਾਰਟੀ ਦੇ ਪ੍ਰਤੀਨਿਧ ਵਜੋਂ ਵੀ ਉਹਨੂੰ ਬੁਲਾ ਲਿਆ। ਨੂਪੁਰ ਸ਼ਰਮਾ ਬਾਰੇ ਆਪਾਂ ਜਾਣਦੇ ਹਾਂ ਕਿ ਉਹ ਜਦੋਂ ਬੋਲਦੀ ਹੈ ਬੀਬੀ, ਉਹ ਭਾਰਤੀ ਜਨਤਾ ਪਾਰਟੀ ਦੀ ਅਧਿਕਾਰਤ ਬੁਲਾਰਨ ਦੇ ਬਜਾਏ, ਉਹਨਾਂ ਦੀ ਜਿਹੜੀ ਪੋਲੀਟੀਕਲ ਲਾਈਨ ਦੀ ਬਜਾਏ ਹਮੇਸ਼ਾ ਉਹਦਾ ਹਿੰਦੂ ਤੇ ਜਿਹੜਾ ਉਹ ਮੁਸਲਮਾਨ ਵਾਲਾ ਉਹ ਨੁਕਤਾ ਉਹਦਾ ਮੂਹਰੇ ਆ ਜਾਂਦਾ। ਉਸ ਦਿਨ ਵੀ ਉਹ ਜਦੋਂ ਡਿਬੇਟ ਦੇ ਵਿੱਚ ਹਿੱਸਾ ਲੈਂਦੀ ਸੀ, ਡਿਬੇਟ ਦੇ ਵਿੱਚ ਹਿੱਸਾ ਲੈਂਦਿਆਂ ਉਹਨੇ ਪੈਗੰਬਰ ਮੁਹੰਮਦ ਸਾਹਿਬ ਦੇ ਬਾਰੇ ਕੁਝ ਅਜਿਹੀ ਟਿੱਪਣੀ ਕਰਦੀ ਜਿਹੜੀ ਟਿੱਪਣੀ ਗਵਾਰਾ ਨਹੀਂ ਖਾਂਦੀ ਸੀ ਮੁਸਲਿਮ ਭਾਈਚਾਰੇ ਨੂੰ। ਜੀ। ਉਹਦਾ ਨੈਚੁਰਲੀ ਹੈ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੇ ਬਾਰੇ, ਗੁਰੂ ਨਾਨਕ ਦੇਵ ਸਾਹਿਬ ਦੇ ਬਾਰੇ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਜੀ, ਇਹਨਾਂ ਦੇ ਖਿਲਾਫ ਜੇ ਕੋਈ ਬੰਦਾ ਨਕਾਰਾਤਮਕ ਟਿੱਪਣੀ ਕਰੂਗਾ ਤਾਂ ਕੋਈ ਵੀ ਸਿੱਖ ਨੂੰ ਬਰਦਾਸ਼ਤ ਨਹੀਂ ਕਰੂਗਾ। ਬਿਲਕੁਲ ਜੀ। ਉਹ ਜਦੋਂ ਉਹਨਾਂ ਨੇ ਇਸ ਤਰ੍ਹਾਂ ਦਾ ਮਤਲਬ ਇਹ ਟਿੱਪਣੀ ਕਰਤੀ ਤਾਂ ਉਹਦੇ ਕੁਦਰਤੀ ਤੌਰ ਦੇ ਉੱਤੇ ਦਾ ਵਿਰੋਧ ਹੋਣਾ ਸੀ। ਜੀ। ਜੁਮੇ ਦੀ ਨਮਾਜ਼ ਸੀ ਤੇ ਪ੍ਰੋਟੈਸਟ ਹੋਇਆ। ਪ੍ਰੋਟੈਸਟ ਹੋਣ ਤੋਂ ਬਾਅਦ ਉੱਥੇ ਇੱਕ ਵਿਅਕਤੀ ਹੈਗਾ ਮਿਸਟਰ ਹੁਸੈਨ, ਜਿਹੜਾ ਬੰਦਾ ਇੱਕ ਬੜਾ ਸਨਮਾਨਿਤ ਮੁਸਲਿਮ ਆਗੂ ਹੈ। ਜਦੋਂ ਵੀ ਕਦੇ ਕੋਈ ਪ੍ਰੋਬਲਮ ਆਉਂਦੀ ਹੈ ਉਸ ਬੰਦੇ ਨੂੰ ਬੁਲਾਇਆ ਜਾਂਦਾ ਹੈ ਕਿ ਆਓ ਜੀ ਆਪਾਂ ਬੈਠ ਕੇ ਇਸ ਮਾਮਲੇ ਨੂੰ ਨਿਪਟਾਈਏ। ਉਸ ਦਿਨ ਵੀ ਉਹਨੂੰ ਬੁਲਾਇਆ ਗਿਆ ਸੀ। ਉਸ ਬੰਦੇ ਦੀ ਤੁਸੀਂ ਫੇਸਬੁੱਕ ਨੂੰ ਖੋਲ ਕੇ ਦੇਖੋ, ਉਹਦੇ ਵਿੱਚ ਉਸ ਮੁਸਲਿਮ ਆਗੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੇ ਆਪਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਹੈ ਤੇ ਆਪਾਂ ਨੂੰ ਚਾਹੀਦਾ ਕਿ ਆਪਾਂ ਪ੍ਰਸ਼ਾਸਨ ਨੂੰ ਮੈਮੋਰੰਡਮ ਦੇਈਏ, ਪ੍ਰਸ਼ਾਸਨ ਨੂੰ ਇੱਕ ਯਾਦ ਪੱਤਰ ਦੇਈਏ ਕਿ ਅਜਿਹਾ ਨਹੀਂ ਹੋਣਾ ਚਾਹੀਦਾ, ਜਿਹਨੇ ਗਲਤ ਕੀਤਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣਾ ਚਾਹੀਦਾ। ਉਹ ਬੰਦਾ ਰਿਕੁਐਸਟ ਕਰਦਾ ਹੈ। ਲੇਕਿਨ ਹੋਇਆ ਕੀ? ਹੋਇਆ ਇਹ ਕਿ ਉਸ ਬੰਦੇ ਦੇ ਖਿਲਾਫ ਕੇਸ ਰਜਿਸਟਰ ਕਰ ਲਿਆ। ਹੁਣ ਤਾਂ ਪਤਾ ਲੱਗਿਆ ਕਿ ਉਹਦੇ ਖਿਲਾਫ ਜਿਹੜੀਆਂ ਦੇਸ਼ ਧਰੋਹੀ ਦੀਆਂ ਧਾਰਾਵਾਂ ਵੀ ਲਾਈਆਂ ਜਾ ਰਹੀਆਂ। ਔਰ ਫਿਰ ਇਹ ਗੱਲ ਕਿ ਜੋਗੀ ਜੀ ਨੇ ਵੀ ਹੁਕਮ ਦੇ ਦਿੱਤਾ, ਜਿਵੇਂ ਬੀਜੇਪੀ ਦੇ ਲੀਡਰ ਨੇ ਦਿੱਲੀ 'ਚ ਕਿਹਾ ਸੀ ਕਿ ਘਰ ਘਰ ਢਾਹ ਦਿਓ ਇਹਨਾਂ ਦੇ, ਬੁਲਡੋਜ਼ਰ ਫੇਰ ਦਿਓ। ਤੇ ਬੁਲਡੋਜ਼ਰ ਫੇਰਨਾ ਕਿਹਦੇ ਤੇ ਹੈ? ਟਾਰਗੇਟ ਕੀਤਾ ਗਿਆ ਉਸੇ ਆਗੂ ਨੂੰ। ਅੱਛਾ ਜੀ। ਜਿਸ ਘਰ ਨੂੰ ਢਾਇਆ ਗਿਆ ਉਸ ਘਰ ਦੇ ਵਿੱਚ ਉਹ ਬੰਦਾ ਰਹਿੰਦਾ ਜ਼ਰੂਰ ਸੀ, ਲੇਕਿਨ ਉਹ ਘਰ ਉਹਦੇ ਨਾਂ ਤੇ ਨਹੀਂ ਸੀ। ਅਸਲ ਦੇ ਵਿੱਚ ਉਹ ਘਰ ਉਹਦੀ ਵਾਈਫ ਦੇ ਨਾਂ ਤੇ ਸੀ, ਜਿਹੜਾ ਉਹਦੀ ਸ਼ਾਦੀ ਤੋਂ ਪਹਿਲਾਂ ਹੀ ਉਹਦੇ ਮਾਪਿਆਂ ਨੇ, ਉਹਦੇ ਬਾਪ ਨੇ ਉਹਨੂੰ ਗਿਫਟ ਕੀਤਾ ਹੋਇਆ ਸੀ। ਅੱਛਾ ਜੀ। ਉਹ ਬੀਬੀ ਨੇ ਕਦੇ ਵੀ ਇੱਕ ਦਿਨ ਉਹਨੇ ਪਾਣੀ ਦਾ ਬਿੱਲ, ਬਿਜਲੀ ਦਾ ਬਿੱਲ ਲੇਟ ਨਹੀਂ ਹੋਣ ਦਿੱਤਾ। ਪ੍ਰੋਪਰਟੀ ਟੈਕਸ ਵਗੈਰਾ ਹੈਗੀ ਜਿਹੜੀ ਉਹ ਪ੍ਰੋਪਰ ਅਦਾ ਕਰਦੀ ਰਹੀ ਹੈ। ਅੱਛਾ ਜੀ। ਉਹਨਾਂ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਸਮੱਸਿਆ ਹੀ ਹੈ ਨਹੀਂ ਸੀ ਜੀ। ਪਹਿਲਾਂ ਤਾਂ ਇਹ ਗੱਲ ਕਹਿ ਦਿੱਤੀ ਕਿ ਜੀ ਜਿਹੜੇ ਲੋਕ ਇਹਨਾਂ ਪ੍ਰੋਟੈਸਟ ਦੇ ਵਿੱਚ ਜਿਨ੍ਹਾਂ ਨੇ ਭਾਗ ਲਿਆ, ਜਿਨ੍ਹਾਂ ਨੇ ਆਯੋਜਿਤ ਕੀਤਾ ਹੈ, ਉਹਨਾਂ ਦੇ ਘਰ ਘਰ ਢਾਹ ਦਿਓ। ਜੀ। ਫਿਰ ਦੇਖਿਆ ਵੀ ਇਹ ਗੱਲ ਪੁੱਠੀ ਪੈ ਜੂਗੀ। ਬਾਅਦ ਦੇ ਵਿੱਚ ਫਿਰ ਇਹ ਬਹਾਨਾ ਲੈ ਲਿਆ ਕਿ ਇਸ ਘਰ ਦਾ ਨਕਸ਼ਾ ਪਾਸ ਨਹੀਂ ਕਰਵਾਇਆ ਸੀ। ਅੱਛਾ ਜੀ। ਹਾਲਾਂਕਿ ਨਕਸ਼ਾ ਜਿਹੜਾ ਪਾਸ ਕਰਵਾਇਆ ਸੀ, ਜਿਹਦਾ ਨਾਂ ਲੈ ਕੇ ਕੀਤਾ, ਨਾ ਤਾਂ ਉਸ ਮੁਸਲਿਮ ਜਿਹੜਾ ਪਰਿਵਾਰ ਦਾ ਮੁਖੀ ਹੈ ਉਹਦਾ ਨਾਂ ਲੈ ਕੇ ਘਰ ਢਾਇਆ। ਇਹ ਗੱਲ ਦੇਖੀ ਨਹੀਂ ਕਿ ਇਹ ਘਰ ਉਹਦੇ ਨਾਂ ਤੇ ਹੀ ਨਹੀਂ, ਤਾਂ ਉਹਦੀ ਵਾਈਫ ਦੇ ਨਾਂ ਤੇ ਸੀ। ਅੱਛਾ ਜੀ। ਉਹਦੀ ਜਿਹੜੀ ਲੜਕੀ ਹੈ
ਉਹਦੀ ਲੜਕੀ ਵੀ ਇੱਕ ਐਕਟਿਵਿਸਟ ਹੈ, ਉਹ JNU ਦੀ ਵੀ ਲੀਡਰ ਰਹੀ ਹੈ। ਅੱਛਾ ਜੀ। ਸ਼ਾਇਦ ਹੁਣ ਵੀ JNU ਦੇ ਵਿੱਚ ਉਹ ਵਿਦਿਆਰਥੀ ਲੀਡਰ ਹੈ। ਉਹ ਜਾਮੀਆ ਮਿਲੀਆ ਦੇ ਵਿੱਚ ਵੀ ਵਿਦਿਆਰਥੀ ਲੀਡਰ ਸੀ, ਉੱਥੇ ਵੀ ਇਹ ਪੜ੍ਹਦੀ ਹੁੰਦੀ ਸੀ। ਉਹਨੂੰ ਟਾਰਗੇਟ ਕੀਤਾ ਗਿਆ। ਚਾਹੀਦਾ ਕੀ ਸੀ? ਚਾਹੀਦਾ ਇਹ ਸੀ ਕਿ ਉਸ ਮੁਸਲਿਮ ਭਰਾ ਨੂੰ ਜਿਹੜਾ ਟਾਰਗੇਟ ਕੀਤਾ, ਜਿਹਦਾ ਕਸੂਰ ਕੋਈ ਨਹੀਂ, ਇਹ ਉਹਦੇ ਜਿਹੜੇ ਹੈਗੇ ਉਹਦੀ ਆਰਗੇਨਾਈਜੇਸ਼ਨ ਦੇ, ਉਹਦੇ ਭਾਈਚਾਰੇ ਦੇ ਲੋਕ ਕਹਿੰਦੇ, ਉਹਦੇ ਪਰਿਵਾਰ ਦੇ ਲੋਕ ਕਹਿੰਦੇ ਕਿ ਉਹਦਾ ਕੋਈ ਕਸੂਰ ਨਹੀਂ। ਕਸੂਰ ਕਿਹਦਾ? ਸ਼ੁਰੂਆਤ ਕਿਹਨੇ ਕੀਤੀ ਹੈ? ਸ਼ੁਰੂਆਤ ਤਾਂ ਨੂਪੁਰ ਸ਼ਰਮਾ ਨੇ ਕੀਤੀ ਹੈ। ਬਿਲਕੁਲ। ਕਾਰਵਾਈ ਨੂਪੁਰ ਸ਼ਰਮਾ ਦੇ ਖਿਲਾਫ ਹੋਣੀ ਚਾਹੀਦੀ ਸੀ ਜੀ, ਲੇਕਿਨ ਨੂਪੁਰ ਸ਼ਰਮਾ ਦੀ ਬਜਾਏ ਕਾਰਵਾਈ ਇੱਧਰ ਹੋਈ। ਇਹਦੇ ਉਲਟ ਜਦੋਂ ਖਾੜੀ ਦੇਸ਼ਾਂ ਦੇ ਵਿੱਚ ਪ੍ਰੋਟੈਸਟ ਹੋਣ ਲੱਗੇ ਜੀ, ਖਾੜੀ ਦੇਸ਼ਾਂ ਦੇ ਜਿਹੜੇ ਹਾਕਮ, ਉਹਨਾਂ ਨੇ ਇਸ ਗੱਲ ਨੂੰ ਨੋਟ ਕੀਤਾ ਕਿ ਭਾਰਤ ਦੇ ਵਿੱਚ ਹੋ ਕੀ ਰਿਹਾ। ਨਰਿੰਦਰ ਮੋਦੀ ਦੀ ਪਾਰਟੀ ਦੀ ਬੁਲਾਰੀ ਹੈ ਜਿਹੜੀ, ਉਹ ਇਸ ਕਿਸਮ ਦੀ ਬਿਆਨਬਾਜ਼ੀ ਕਰਦੀ ਹੈ ਤਾਂ ਗਲਤ ਹੈ। ਜਦੋਂ ਉੱਥੋਂ ਪ੍ਰੋਟੈਸਟ ਹੋਣ ਲੱਗੇ, ਉਹਨਾਂ ਨੇ ਸਾਡੇ ਰਾਜਦੂਤਾਂ ਨੂੰ ਬੁਲਾਇਆ, ਰਾਜਦੂਤਾਂ ਨੂੰ ਬੁਲਾ ਕੇ ਰਾਜਦੂਤਾਂ ਨੂੰ ਉਹਨਾਂ ਨੇ ਉਲਾਂਭਾ ਦਿੱਤਾ। ਇੱਥੋਂ ਤੱਕ ਕਿ ਕੁਵੈਤ ਦੇ ਵਿੱਚ ਤਾਂ ਸਾਡੇ ਉਪ ਰਾਸ਼ਟਰਪਤੀ ਗਏ ਹੋਏ ਸੀ। ਉਪ ਰਾਸ਼ਟਰਪਤੀ ਦੇ ਉੱਥੇ ਹੋਣ ਦੀ ਬਾਵਜੂਦ, ਮੌਜੂਦਗੀ ਦੇ ਬਾਵਜੂਦ, ਜੇ ਸਾਡੇ ਰਾਜਦੂਤ ਨੂੰ ਬੁਲਾ ਕੇ ਉੱਥੋਂ ਦੀ ਸਰਕਾਰ ਉਹਨੂੰ ਝਾੜ ਚਮਕ ਕਰਦੀ ਹੈ, ਤਾਂ ਇਹ ਭਾਰਤ ਦੀ ਕਿੰਨੀ ਵੱਡੀ ਬਦਨਾਮੀ ਹੈ। ਬਿਲਕੁਲ ਜੀ। ਉਦੋਂ ਨਾਲ ਦੀ ਨਾਲ ਹੀ ਫਿਰ ਕੀ ਕੀਤਾ, ਇਹਨਾਂ ਨੇ ਨੂਪੁਰ ਸ਼ਰਮਾ ਨੂੰ ਕਹਿੰਦੇ ਜੀ 6 ਸਾਲਾਂ ਲਈ ਸਸਪੈਂਡ ਕਰਤਾ। ਇੱਕ ਹੋਰ ਹੈ ਮਿਸਟਰ ਨਵੀਨ ਜਿੰਦਲਾ, ਸ਼ਾਇਦ ਕੁਛ ਇਹੋ ਜਿਹਾ ਹੈ ਜੀ, ਬਿਲਕੁਲ। ਉਹਨੂੰ ਕਹਿੰਦੇ ਜੀ ਅਸੀਂ ਕੱਢ ਦਿੱਤਾ। ਬਖਾਵੇ ਦੇ ਤੌਰ ਦੇ ਉੱਤੇ ਜ਼ਰੂਰ ਉਹਨੂੰ ਸਸਪੈਂਡ ਕਰਤਾ, ਲੇਕਿਨ ਅੱਜ ਵੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਲੀਡਰ, ਉਹਨਾਂ ਦੇ ਜਿਹੜੇ ਹੈਗੇ ਆ RSS ਦੇ ਟਕਸਾਲੀ ਵਿਅਕਤੀ, ਫਿਰ ਜਿਹੜੇ ਆਪਣੀ ਕੀ ਕਹਾਂਗੇ ਆਪਾਂ ਇਹਨੂੰ, ਭਗਵਾਂ ਬ੍ਰਿਗੇਡ ਦੇ ਕਾਰਕੁਨ ਲੀਡਰ, ਸਾਰੇ ਦੇ ਸਾਰੇ ਨੂਪੁਰ ਸ਼ਰਮਾ ਦੀ ਵਕਾਲਤ ਕਰਦੇ ਜੀ। ਇਹਦਾ ਮਤਲਬ ਇਹ ਹੈ ਕਿ ਇਹ ਜਾ ਕਿਹੜੇ ਪਾਸੇ ਨੂੰ ਰਹੀ ਹੈ। ਹੁਣ ਨਤੀਜਾ ਹੋ ਗਿਆ ਘਾਟਾ। ਤਾਂ ਘਾਟਾ ਆਉਣ ਦਾ ਜਿਹੜਾ ਹੈਗਾ ਪ੍ਰੋਟੈਸਟ ਸਾਰੇ ਦੇਸ਼ ਦੇ ਵਿੱਚ ਹੋਇਆ ਹੈ। ਪ੍ਰੋਟੈਸਟ ਉਹ ਜਿਹਾ ਨਹੀਂ ਹੋਇਆ ਕਿ ਲੋਕਾਂ ਨੇ ਉੱਠ ਕੇ ਜਲਸੇ ਜਲੂਸ ਮੁਜ਼ਾਹਰੇ ਕੀਤੇ ਹੈ। ਅੰਦਰੋਂ ਅੰਦਰ ਮਤਲਬ ਜਿਹੜਾ ਹੈਗਾ ਲੋਕਾਂ ਨੇ ਬੁਰਾ ਮਨਾਇਆ। ਇੱਥੋਂ ਤੱਕ ਕਿ ਕਈ ਹਿੰਦੂ ਲੀਡਰਾਂ ਨੇ ਵੀ ਇਹਦਾ ਬੁਰਾ ਮਨਾਇਆ। ਈਵਨ ਮੈਨੂੰ ਤਾਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਜਿਹੜੇ ਇੱਕ ਨਰਮ ਦਲਗੇ ਹੈਗੇ, ਉਹਨਾਂ ਨੇ ਵੀ ਕਿਹਾ ਕਿ ਇਸ ਕਿਸਮ ਦੀ ਗੱਲ ਨਹੀਂ ਸੀ ਹੋਣੀ ਚਾਹੀਦੀ, ਪਰ ਹੋਈ ਵੀ ਹੈ। ਇਹ ਮਾਮਲਾ ਹੁਣ ਸੁਪਰੀਮ ਕੋਰਟ ਚਲਾ ਗਿਆ। ਇੱਕ ਮੁਸਲਿਮ ਤਨਜ਼ੀਮ, ਮੁਸਲਿਮ ਆਰਗੇਨਾਈਜੇਸ਼ਨ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਦਾਇਰ ਕਰਤੀ ਤੇ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਜਿਵੇਂ ਜਹਾਂਗੀਰਪੁਰੀ ਦੇ ਵਿੱਚ ਤੁਸੀਂ ਤੋੜ ਭੰਨ ਦੇ ਉੱਤੇ ਸਟੇ ਕੀਤੀ ਹੈ, ਉਸੇ ਤਰ੍ਹਾਂ ਇੱਥੇ ਸਟੇ ਕਰੋ। ਲੇਕਿਨ ਮਾਨਯੋਗ ਸੁਪਰੀਮ ਕੋਰਟ ਨੇ ਸਟੇ ਤਾਂ ਨਹੀਂ ਕੀਤੀ। ਮਾਨਯੋਗ ਸੁਪਰੀਮ ਕੋਰਟ ਨੇ ਕੁਝ ਟਿੱਪਣੀਆਂ ਕੀਤੀਆਂ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਾਨੂੰਨ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਉਹ ਲੋਕ ਜਿਹੜੇ ਹੈਗੇ ਉਹ ਵੀ ਭਾਰਤ ਦੇ ਵਸਨੀਕ ਹੈ। ਕਾਨੂੰਨ ਠੀਕ ਤਰੀਕੇ ਨਾਲ ਕੰਮ ਕਰਦਾ, ਲੋਕਾਂ 'ਚ ਇਹ ਪ੍ਰਭਾਵ ਜਾਣਾ ਚਾਹੀਦਾ ਹੈ। ਮਾਨਯੋਗ ਜੱਜ ਸਾਹਿਬਾਨ ਨੇ ਕਿਹਾ ਕਿ ਅਸੀਂ ਵੀ ਇਸ ਦੇਸ਼ ਦੇ ਨਾਗਰਿਕ ਹਾਂ, ਸਾਨੂੰ ਵੀ ਕੁਝ ਦਿਖਦਾ ਹੈ, ਤੇ ਜਿਹੜਾ ਸਾਨੂੰ ਦਿਖਦਾ ਹੈ ਤੇ ਸਾਨੂੰ ਇਹ ਲੱਗਦਾ ਕਿ ਉਹ ਠੀਕ ਨਹੀਂ ਹੋ ਰਿਹਾ। ਔਰ ਇਹਦੇ ਤੇ ਮਤਲਬ ਜਿਹੜਾ ਹੈਗਾ ਠੀਕ ਤਰੀਕੇ ਨਾਲ ਜੇ ਕਿਸੇ ਬੰਦੇ ਦਾ ਘਰ ਢਾਉਣਾ ਹੈ, ਉਹਦਾ ਘਰ ਨਜਾਇਜ਼ ਹੈ, ਉਹਨੂੰ ਬਕਾਇਦਾ ਇੱਕ ਨੋਟਿਸ ਦੇਣਾ ਚਾਹੀਦਾ ਹੈ। ਉਹਨੂੰ ਇਹਨਾਂ ਇੱਕ ਵਕਤ ਦੇਣਾ ਚਾਹੀਦਾ ਕਿ ਉਹ ਕੋਰਟ ਦੇ ਵਿੱਚ ਜਾ ਕੇ ਆਪਣੀ ਚਾਰਾਜੋਈ ਕਰ ਲੇ। ਇਹ ਨਹੀਂ ਹੈਗਾ ਕਿ ਲਾਓ ਤੇ ਫੇਰ ਦਿਓ ਬੁਲਡੋਜ਼ਰ। ਬੁਲਡੋਜ਼ਰ ਬਾਬਾ ਕਹਿਣ ਲੱਗ ਗਿਆ ਜੋਗੀ ਆਦਿੱਤਿਆਨਾਥ ਨੂੰ ਤਾਂ ਯੂਪੀ ਦੇ ਵਿੱਚ। ਉਹਦੇ ਤੇ ਹੁਣ ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਇਸ ਗੱਲ ਦੀ ਕਿ ਯੂਪੀ ਸਰਕਾਰ ਜਿਹੜੀ ਅਗਲੀ ਇਹਨਾਂ ਦੀ ਕਾਰਵਾਈ ਹੈ ਉਹਨੂੰ ਰੋਕੂਗੀ। ਉਹ ਉਮੀਦ ਦੀ ਉਹਨਾਂ ਨੇ ਮਤਲਬ ਕਿਸਮ ਦੀ ਇੱਛਾ ਜ਼ਾਹਰ ਕੀਤੀ ਹੈ। ਤੇ ਆਮ ਤੌਰ ਦੇ ਉੱਤੇ ਚੱਲਦੇ ਮੁਕੱਦਮੇ ਦੇ ਵਿੱਚ ਜਦੋਂ ਅਜਿਹੀ ਟਿੱਪਣੀ ਆ ਜੇ ਕੋਰਟ ਦੀ, ਤਾਂ ਉਦੋਂ ਫਿਰ ਜਿਹੜੀ ਹੈਗੀ ਗੱਲ ਰੁਕ ਜਾਂਦੀ ਹੁੰਦੀ ਹੈ। ਤੇ ਨਾਲ ਹੀ ਫਿਰ ਉਹਨਾਂ ਨੇ ਕਿਹਾ ਕਿ ਨਹੀਂ, ਜਿੰਨੀਆਂ ਵੀ ਜਿਹੜੀ ਉਹ ਕਾਰਪੋਰੇਸ਼ਨਾਂ ਹੈਗੀਆਂ ਜਿਹੜੀਆਂ ਯੂਪੀ ਦੀਆਂ, ਜਿਨ੍ਹਾਂ ਨੇ ਬੁਲਡੋਜ਼ਰ ਤਿਆਰ ਰੱਖੇ ਹੋਏ ਆ, ਜਿਨ੍ਹਾਂ ਨੇ ਢਾਹ ਢਵਾਈ ਕੀਤੀ ਹੈ, ਉਹ ਆ ਕੇ ਤੇ ਆਪਣਾ ਪੱਖ ਪੇਸ਼ ਕਰਨ, ਆਪਣਾ ਜਵਾਬ ਦਾਖਲ ਕਰਨ 3 ਦਿਨਾਂ ਦੇ ਵਿੱਚ। ਕਿਉਂਕਿ ਇਸ ਵੇਲੇ ਜਿਹੜੀ ਹੈਗੀ ਤੁਹਾਨੂੰ ਪਤਾ ਸੁਪਰੀਮ ਕੋਰਟ ਦੇ ਵਿੱਚ ਛੁੱਟੀਆਂ, ਹਾਈ ਕੋਰਟਾਂ 'ਚ ਵੀ ਛੁੱਟੀਆਂ। ਇੱਕ ਵੋਕੇਸ਼ਨ ਜਿਹੜਾ ਬੈਂਚ ਬੈਠਦਾ ਹੈ, ਉਸ ਵੋਕੇਸ਼ਨ ਬੈਂਚ ਨੇ ਕਿਹਾ ਕਿ 3 ਦਿਨਾਂ ਦੇ ਵਿੱਚ ਆ ਕੇ ਤੁਸੀਂ ਆਪਣਾ ਜਿਹੜਾ ਹੈਗਾ ਜਵਾਬ ਦਾਖਲ ਕਰੋ। ਉਸ ਤੋਂ ਬਾਅਦ ਫਿਰ ਜਿਹੜਾ ਉਹ ਬੈਂਚ ਕੋਈ ਅਗਲਾ ਫੈਸਲਾ ਲਊਗਾ। ਜੀ। ਸੋ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਵਿੱਚ ਇਸ ਮਸਲੇ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਕਿਉਂਕਿ ਇਹ ਮਸਲਾ ਬਹੁਤ ਹੀ ਗੰਭੀਰ ਬਣਿਆ ਹੋਇਆ ਲਗਾਤਾਰ। ਸੋ ਵੱਖ-ਵੱਖ ਥਾਵਾਂ ਤੋਂ ਕਿਉਂਕਿ ਸਾਨੂੰ ਲਗਾਤਾਰ ਇਸ ਪ੍ਰਕਾਰ ਦੀਆਂ ਖਬਰਾਂ ਵੀ ਆ ਰਹੀਆਂ ਨੇ। ਅਤੇ ਹੁਣ ਆਪਾਂ ਜਿਹੜੀ ਅਗਲੀ ਖਬਰ ਲੈਣੀ ਚਾਹਾਂਗੇ ਜੀ ਸੰਗਰੂਰ ਦੀ ਬਾਈ ਇਲੈਕਸ਼ਨ। ਸੋ ਪਹਿਲਾਂ ਤਾਂ ਉੱਥੋਂ ਉਸ ਇਲੈਕਸ਼ਨ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਗੈਰ ਹਾਜ਼ਰ ਨਜ਼ਰ ਆ ਰਹੇ ਸਨ, ਪਰ ਹੁਣ ਉਹਨਾਂ ਨੇ ਵੀ ਕਮਾਂਡ ਸੰਭਾਲ ਲਈ ਹੈ। ਸੋ ਕੱਲ੍ਹ ਉਹਨਾਂ ਨੇ ਜੀ ਇੱਕ ਰੋਡ ਸ਼ੋਅ ਵੀ ਕੀਤਾ ਸੀ ਅਤੇ ਇਸ ਦੌਰਾਨ ਉਹਨਾਂ ਨੇ ਤਕਰੀਰ ਵੀ ਕਿ ਬੜੀ ਇੱਕ ਭਾਰੀ ਅਤੇ ਮਜ਼ਬੂਤ ਤਕਰੀਰ ਕੀਤੀ। ਉਸ ਦੌਰਾਨ ਉਹਨਾਂ ਨੇ ਕਿਹਾ ਕਿ ਕਈ ਅੰਦਰ ਕਰ ਦਿੱਤੇ ਹੈ ਅਤੇ ਕਈਆਂ ਦੀ ਤਿਆਰੀ ਹੈ। ਸੋ ਭਗਵੰਤ ਮਾਨ ਜੀ ਕਿਹਨਾਂ ਦੀ ਗੱਲ ਕਰ ਰਹੇ ਹੈ ਜੀ? ਦੇਖੋ, ਭਗਵੰਤ ਮਾਨ ਹੁਣੀ ਕਾਫੀ ਦਿਨ ਗੈਰ ਹਾਜ਼ਰ ਰਹੇ ਹੈ ਜੀ। 3 ਮਹੀਨੇ ਉਹਨਾਂ ਦੀ ਸਰਕਾਰ ਨੂੰ ਬਣੀ ਨੂੰ ਹੋ ਗਏ ਹੈ।
ਉਹ ਭਾਵੇਂ ਆਪਣੇ ਪਿੰਡ ਗੇੜਾ ਮਾਰ ਗਏ ਸੀ, ਲੇਕਿਨ ਉਹ ਨਾ ਤਾਂ ਆਪਣੇ ਵਿਧਾਨ ਸਭਾ ਹਲਕਾ ਧੂਰੀ 'ਚ ਗਏ ਔਰ ਨਾ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਕੋਈ ਅਧਿਕਾਰ ਦੌਰਾ ਕੀਤਾ। ਹੁਣ ਵੀ ਕੰਪੇਨ ਚੱਲਦੀ ਨੂੰ ਕਾਫੀ ਦਿਨ ਹੋ ਗਏ ਹੈ। ਜਿੱਦਣ ਦੀ ਕੰਪੇਨ ਸ਼ੁਰੂ ਹੋਈ ਹੈ ਉਸ ਦਿਨ ਦੇ ਅਕਾਲੀ ਦਲ ਦੇ ਸੁਪਰੀਮੋ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਲਗਾਤਾਰ ਪ੍ਰਚਾਰ ਕਰਦੇ ਆ ਆਪਦੀ ਪਾਰਟੀ ਦੇ ਹੱਕ ਵਿੱਚ। ਸਰਦਾਰ ਸਿਮਰਜੀਤ ਸਿੰਘ ਮਾਨ ਆਪਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੈਂਡੀਡੇਟ ਹੈ ਜੀ, ਤੇ ਉਹਨਾਂ ਨੇ ਵੀ ਮੈਦਾਨ ਖਾਲੀ ਨਹੀਂ ਛੱਡਿਆ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਇੱਕ ਦਿਨ ਪਹਿਲਾਂ ਹੀ ਕੇਵਲ ਸਿੰਘ ਢਿੱਲੋਂ ਨੂੰ ਸ਼ਾਮਲ ਕਰਵਾਇਆ ਸੀ ਆਪਣੇ ਵਿੱਚ, ਆਪਣੀ ਪਾਰਟੀ 'ਚ, ਤੇ ਅਗਲੇ ਦਿਨ ਹੀ ਉਹਨਾਂ ਨੇ ਟਿਕਟ ਦੇ ਦਿੱਤੀ। ਕੇਵਲ ਢਿੱਲੋਂ ਬਾਰੇ ਆਪਾਂ ਜਾਣਦੇ ਹਾਂ ਕਿ ਬਹੁਤ ਅਮੀਰ ਆਦਮੀ ਹੈ, ਪੈਸਾ ਉਹਦੇ ਕੋਲ ਡਾਢਾ ਹੈ ਔਰ ਉਹਨੇ ਪਹਿਲਾਂ ਵੀ ਸੰਗਰੂਰ ਦੀ ਪਾਰਲੀਮੈਂਟ ਦੀ ਚੋਣ ਲੜੀ, ਇੱਕ ਦੋ ਵਾਰੀ ਸ਼ਾਇਦ ਉਹ MLA ਵੀ ਰਿਹਾ ਹੈ। ਉਹਦਾ ਵੀ ਆਪਣਾ ਅਸਰ ਸੂਖ ਹੈ ਤੇ ਉਹਨੂੰ ਵੀ ਉਹ ਇਸਤੇਮਾਲ ਕਰਨਾ ਚਾਹੁੰਦੇ ਆ। ਮੋਰਓਵਰ ਭਾਰਤੀ ਜਨਤਾ ਪਾਰਟੀ ਨੇ ਕਈ ਸਾਰੇ ਹੋਰ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਆਪਣੇ ਵਿੱਚ ਮਿਲਾਏ ਹੋਏ ਤੇ ਉਹਨਾਂ ਨੂੰ ਇਹ ਲੱਗਦੀ ਹੈ ਕਿ ਹੁਣ ਸਾਡੀ ਪਾਰਟੀ ਹੈ ਜਿਹੜੀ ਦਿਹਾਤਾਂ ਦੇ ਵਿੱਚ ਵੀ ਕੁਝ ਚੰਗਾ ਪਰਫਾਰਮ ਕਰ ਸਕਦੀ ਹੈ, ਪੇਂਡੂ ਇਲਾਕਿਆਂ ਦੇ ਵਿੱਚੋਂ ਵੀ ਵੋਟਾਂ ਹਾਸਲ ਕਰਦੀ ਹੈ। ਉਹ ਵੀ ਇਹਦੇ ਨਾਲ ਹੀ ਜੇ ਦੇਖੀਏ ਆਪਾਂ, ਕਾਂਗਰਸ ਪਾਰਟੀ ਨੇ ਆਪਣਾ ਬਹੁਤ ਹੀ ਕਾਬਲ, ਬੜਾ ਸੋਬਰ, ਜਿਹੜਾ ਲੋਕਾਂ ਦੇ ਵਿੱਚ ਬੜਾ ਹਰਮਨ ਪਿਆਰਾ ਹੈ ਤੇ ਜਿਹਨੂੰ ਵਿਕਾਸ ਪੁਰਸ਼ ਕਿਹਾ ਜਾਂਦਾ ਹੈ ਧੂਰੀ ਦੇ ਵਿੱਚ, ਬਿਲਕੁਲ ਜੀ, ਮਿਸਟਰ ਦਲਵੀਰ ਸਿੰਘ ਗੋਲਡੀ, ਉਹਨੂੰ ਟਿਕਟ ਦਿੱਤੀ ਹੈ। ਹਾਂਜੀ, ਦਲਵੀਰ ਗੋਲਡੀ ਬਾਰੇ ਮੈਂ ਇੰਨਾ ਕਹਿਣਾ ਚਾਹੂੰਗਾ ਕਿ ਦਲਵੀਰ ਗੋਲਡੀ ਲੋਕਾਂ ਦੇ ਦੁੱਖ ਸੁੱਖ ਦਾ ਸੀਰੀ ਹੈ। ਜਦੋਂ ਤੁਹਾਡੇ ਯਾਦ ਹੋਣਾ ਬਣੀ ਸੀਗੀ ਸੜਕ ਬਣੀ ਹੈ ਸੰਗਰੂਰ ਤੋਂ ਧੂਰੀ ਤੱਕ, ਅੱਗੇ ਵੀ ਨਿਕਲ ਜਾਂਦੀ ਹੈ ਲੁਧਿਆਣੇ ਵੱਲ ਨੂੰ, ਉਹਦੇ ਤੇ ਲੱਡਾ ਕੋਠੀ ਦੇ ਕੋਲੇ, ਲੱਡਾ ਪਿੰਡ ਦੇ ਵਿੱਚ ਇੱਕ ਲਾਤਾ ਸੀ ਟੋਲ ਟੈਕਸ। ਦਲਵੀਰ ਗੋਲਡੀ ਦੇ ਹਲਕੇ ਦੇ ਲੋਕ ਕਹਿੰਦੇ ਸੀ ਕਿ ਸਾਨੂੰ ਇਹਦਾ ਖਮਿਆਜਾ ਭੁਗਤਣਾ ਪੈਂਦਾ ਹੈ, ਇਹ ਟੋਲ ਟੈਕਸ ਮਾਫ ਹੋਣਾ ਚਾਹੀਦਾ, ਲੇਕਿਨ ਕੰਪਨੀ ਨੇ ਮਾਫ ਨਹੀਂ ਸੀ ਕੀਤਾ। ਉਹਨੇ ਇੱਕ ਪੈਰਲਲ ਸੜਕ ਬਣਾਤੀ ਸੀ ਕਿ ਇਹ ਸੜਕ ਤੇ ਚੜ੍ਹੋ ਨਾ, ਤੁਸੀਂ ਐਂ ਚੜ੍ਹ ਜਾ ਕਰੋ, ਔਰ ਉਹਦੇ ਬਦਲੇ ਉਹਦੇ ਖਿਲਾਫ ਕਈ ਮੁਕੱਦਮੇ ਦਰਜ ਹੋਏ ਸੀ। ਉਹਨੇ ਮੁਕੱਦਮੇ ਨੂੰ ਫੇਸ ਕੀਤਾ ਪਰ ਉਹ ਆਪਣੇ ਲੋਕਾਂ ਦੇ ਨਾਲ ਖੜਾ। ਮੇਰੇ ਯਾਦ ਆ, ਮੈਂ ਇੱਕ ਵਾਰੀ ਚੰਡੀਗੜ੍ਹ ਨੂੰ ਜਾ ਰਿਹਾ ਸਾਂ ਤੇ ਅਸੀਂ ਆਪਣੇ ਰਾਜਪੁਰ ਇੱਕ ਢਾਬੇ ਦੇ ਉੱਤੇ ਬ੍ਰੇਕਫਾਸਟ ਵਾਸਤੇ ਰੁਕੇ। ਅੱਛਾ ਜੀ। ਉਸ ਵੇਲੇ ਦੇਖਿਆ ਤੇ ਮੂਹਰੇ ਸਾਡੇ ਅੱਗੇ ਕਾਫਲਾ ਜਾ ਰਿਹਾ ਹੈ। ਉਦੋਂ ਚੱਲਦਾ ਹੁੰਦਾ ਸੀ ਕਿਸਾਨ ਅੰਦੋਲਨ, ਸਿੰਘੂ ਔਰ ਟਿਕਰੀ ਦੇ ਬਾਰਡਰ ਤੇ ਇੱਕ ਕਾਫਲਾ ਚੱਲ ਰਿਹਾ ਸੀ। ਬ੍ਰੇਕਫਾਸਟ ਕਰਕੇ ਤੁਰੇ ਵੀ ਇਹ ਕੌਣ ਹੈ? ਅਗਾਂਹ ਜਾ ਕੇ ਅਸੀਂ ਦੇਖਿਆ ਗੋਲਡੀ ਤੇ ਉਹਦੀ ਵਾਈਫ ਸਿਮਰਤ ਖੰਗੂੜਾ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਪੈਦਲ ਜਥਾ ਗਿਆ ਜੀ, ਧੂਰੀ ਤੋਂ ਪੈਦਲ ਜਥਾ ਗਿਆ, ਜਿਸ ਜਥੇ ਨੇ ਜਾ ਕੇ ਉੱਥੇ ਪਾਰਟੀਸਪੇਟ ਕੀਤਾ ਔਰ ਉੱਥੇ ਜਿਹੜੇ ਕਿਸਾਨ ਆਗੂ ਹੈ ਉਹਨਾਂ ਨੇ ਸਰੋਪੇ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਸੀ। ਇਹ ਕਿਹਾ ਸੀ ਕਿ ਇੱਕ ਐਮਐਲਏ ਜਿਹੜਾ ਪੈਦਲ ਤੁਰ ਕੇ ਕਾਫਲਾ ਲੈ ਕੇ ਆਇਆ ਵਾ, ਮਤਲਬ ਲੋਕਾਂ ਦੇ ਨਾਲ ਜੁੜਿਆ ਹੋਇਆ, ਉਹਨੂੰ ਉਹਨਾਂ ਨੇ ਟਿਕਟ ਦਿੱਤੀ ਵੀ ਹੈ। ਹੁਣ ਇਸ ਵੇਲੇ ਲੜਾਈ ਜਿਹੜੀ ਹੈਗੀ ਬੜੀ ਸਿਖਰ ਤੇ ਪਹੁੰਚ ਗਈ ਹੈ। ਕੌਣ ਜਿੱਤੂ ਤੇ ਕੌਣ ਹਾਰੂ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ, ਲੇਕਿਨ ਇੱਕ ਗੱਲ ਆਪਾਂ ਨੂੰ ਮੰਨਣੀ ਪੈਣੀ ਹੈ ਕਿ ਪਿਛਲੇ ਦੋ ਇਲੈਕਸ਼ਨ 2014 ਤੇ 2019 ਦੇ ਪਾਰਲੀਮੈਂਟ ਦੇ ਭਗਵੰਤ ਸਿੰਘ ਮਾਨ ਨੇ ਜਿੱਤੇ ਹੈ। ਔਰ ਇਹ ਤੋਂ ਇਲਾਵਾ ਐਤਕੀ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲਗਭਗ ਸਾਰੀਆਂ ਸੀਟਾਂ ਸੰਗਰੂਰ ਪਾਰਲੀਮਾਨੀ ਹਲਕੇ ਦੀਆਂ ਜਿਹੜੀਆਂ ਵਿਧਾਨ ਸਭਾ ਚੋਣ ਹਲਕੇ, ਉਹਨਾਂ ਦੇ ਵਿੱਚੋਂ ਵੀ ਭਾਰਤ ਆਪਣੀ ਜਿਹੜੀ ਆਮ ਆਦਮੀ ਪਾਰਟੀ ਨੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਬਿਲਕੁਲ ਜੀ। ਔਰ ਐਲਾਨ ਤਾਂ ਇਹ ਕੀਤਾ ਸੀ ਕਿ ਜੀ ਅਸੀਂ ਐਤਕੀ ਜਿਹੜੀ ਹੈਗੀ ਹੈ ਲੀਡ ਵਧਾਵਾਂਗੇ, ਪਰ ਜੋ ਹੁਣ ਗਰਾਊਂਡ ਤੋਂ ਰਿਪੋਰਟਾਂ ਆ ਰਹੀਆਂ ਉਹਦੇ ਤੇ ਲੱਗਦੀ ਹੈ ਕਿ ਮਾਮਲਾ ਐਡਾ ਸੌਖਾ ਨਹੀਂ। ਜਿੱਤ ਭਾਵੇਂ ਜਾਵੇ ਆਮ ਆਦਮੀ ਪਾਰਟੀ, ਪਰ ਲੀਡ ਪਹਿਲਾਂ ਵਾਲੀ ਨਹੀਂ ਰਹਿਣੀ ਤੇ ਪਹਿਲਾਂ ਵਾਲੀ ਟੁੱਟੂਗੀ। ਤੁਸੀਂ ਦੇਖਿਆ ਹੋਣਾ ਕਿ ਇਹਨਾਂ ਨੇ ਆਪਣੀ ਐਵੇਂ ਦੌਰੇ ਦੀ ਸ਼ੁਰੂਆਤ ਕਿੱਥੋਂ ਕੀਤੀ ਸੀ? ਭਦੌੜ ਤੋਂ। ਤੇ ਭਦੌੜ ਦੇ ਵਿੱਚ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਵੀ ਐਡਰੈਸ ਕੀਤਾ ਸੀ, ਲੋਕਾਂ ਨੂੰ ਵੀ ਉੱਥੇ ਐਡਰੈਸ ਕੀਤਾ ਸੀ। ਲੋਕਾਂ ਨੂੰ ਭਗਵੰਤ ਸਿੰਘ ਮਾਨ ਨੇ ਕਿਹਾ 3 ਮਹੀਨੇ ਹੋ ਗਏ ਯਾਰ, ਮੇਰੇ ਤੇ ਇੱਕ ਕੋਈ ਨਵੇਂ ਪੈਸੇ ਦਾ ਬੰਦਾ ਜਿਹੜਾ ਹੈਗਾ ਇਲਜ਼ਾਮ ਨਹੀਂ ਲਾ ਸਕਦਾ, ਮੈਂ ਕਿਸੇ ਚੀਜ਼ ਦਾ ਕੋਈ ਰਵਾਦਾਰ ਨਹੀਂ। ਅਸੀਂ ਮੰਨਦੇ ਹਾਂ ਬਿਲਕੁਲ ਉਹ ਬੰਦਾ ਸਾਫ਼ ਹੈ, ਉਹਦੇ ਤੇ ਕੋਈ ਇਲਜ਼ਾਮ ਨਹੀਂ ਲੱਗਦਾ। ਦੂਜੇ ਪਾਸੇ ਉਹਨੇ ਗੱਲ ਕਹੀ ਹੈ ਕਿ ਮੈਂ ਕਰੂੰਗਾ, ਮੈਨੂੰ ਪਤਾ ਕਿ ਕੀ ਕਰਨਾ ਹੈ, ਮੈਂ ਸਭ ਕੁਝ ਕਰੂੰਗਾ ਤੇ ਮੈਂ ਕਰੀ ਵੀ ਜਾਣਾ। ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕੀਤਾ ਹੈ, ਉਹ ਗੱਲ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਹੋਰ ਗੱਲ ਵੀ ਕਹੀ ਸੀ, ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਵਾਰ ਕੇ ਕੀਤਾ ਸੀ ਉਹਨਾਂ ਨੇ ਕਿ ਯਾਰ ਉਹ ਤਾਂ ਗੋਲੀਆਂ ਦੀਆਂ ਗੱਲਾਂ ਕਰਦੇ ਆ, ਕਿਰਪਾਨ ਦੀ ਗੱਲ ਕਰਦੇ ਆ, ਅਸੀਂ ਅਮਨ ਤੇ ਸ਼ਾਂਤੀ ਦੀ ਵਿਕਾਸ ਦੀ ਗੱਲ ਕਰਦੇ ਆ। ਮੇਰਾ ਖਿਆਲ ਹੈ ਵੀ ਅਮਨ ਸ਼ਾਂਤੀ ਨੂੰ ਸਿਮਰਜੀਤ ਸਿੰਘ ਮਾਨ ਤੋਂ ਕੋਈ ਖਤਰਾ ਨਹੀਂ। ਸਿਮਰਜੀਤ ਸਿੰਘ ਮਾਨ ਦੀ ਇੱਕ ਵਿਚਾਰਧਾਰਾ ਹੈ, ਉਹਦੀ ਇੱਕ ਆਈਡੀਆਲੋਜੀ ਹੈ ਜਿਹਦੇ ਤੇ ਉਹ ਖੜਾ ਹੈ। ਔਰ ਮੈਂ ਸਿੱਖ ਲੀਡਰਸ਼ਿਪ ਦੇ ਵਿੱਚੋਂ ਕੱਲਾ ਜੇ ਕਿਸੇ ਬੰਦੇ ਦੀ ਕਦਰ ਕਰਦਾ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਅਤੇ ਕਦਰ ਕਿਉਂ ਕਰਦਾ, ਇਸ ਕਰਕੇ ਕਿ ਡੇ 1 ਤੋਂ ਉਹਨਾਂ ਨੇ ਜੋ ਆਪਣਾ ਪੋਲੀਟੀਕਲ ਸਟੈਂਡ ਰੱਖਿਆ, ਉਸ ਸਟੈਂਡ ਦੇ ਵਿੱਚ ਉਹਨਾਂ ਨੇ ਕਦੇ ਮਤਲਬ ਜਿਹੜੀ ਹੈ ਥਿੜਕਣ ਦਾ ਜਿਹੜਾ ਹੈਗਾ ਸਬੂਤ ਨਹੀਂ ਦਿੱਤਾ। ਕਦੇ ਉਹਨਾਂ ਦੇ ਪੈਰਾਂ ਦੇ ਵਿੱਚ ਮਤਲਬ ਜਿਹੜੀ ਹੈ ਕੋਈ ਇਸ ਕਿਸਮ ਦੀ ਥਿੜਕਣ ਨਹੀਂ ਆਈ ਕਿ ਇੱਧਰ ਚਲੇ ਗਏ ਤੇ ਇੱਧਰ ਚਲੇ ਗਏ। ਹਾਲਾਂਕਿ ਉਹਨਾਂ ਨੂੰ ਕਈ ਦੁਸ਼ਾਵਰੀਆਂ ਦਾ ਵੀ ਸਾਹਮਣਾ ਕਰਨਾ ਪਿਆ, ਕਈ ਮੁਕੱਦਮੇ ਵੀ ਝੱਲਣੇ ਪਏ ਹੈ,
ਬਹੁਤ ਸਾਰੇ ਲੋਕ ਉਹਨਾਂ ਦੇ ਖਿਲਾਫ ਇਲਜ਼ਾਮ ਵੀ ਲਾਈ ਜਾਂਦੇ ਹੈ। ਕੱਲ੍ਹ ਇਹ ਵੀ ਬੀਬੀ ਨੇ ਵੀ ਕਿਹਾ ਸੀ, ਕਮਲਦੀਪ ਕੌਰ ਨੇ, ਰਾਜੋਆਣਾ ਸਾਹਿਬ ਦੀ ਭੈਣ ਨੇ ਵੀ, ਇਹ ਤਾਂ ਮਹਿਲਾਂ 'ਚ ਰਹਿਣ ਵਾਲੇ ਲੋਕ ਹੈ। ਲੇਕਿਨ ਮੈਨੂੰ ਪਤਾ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਹੈ ਔਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਉਸ ਵੇਲੇ DIG ਦੇ ਰੈਂਕ ਤੋਂ ਅਸਤੀਫਾ ਦਿੱਤਾ ਸੀ, ਰਾਸ਼ਟਰਪਤੀ ਨੂੰ ਚਿੱਠੀ ਲਿਖੀ ਸੀ ਕਿ ਤੇਰੀ ਪ੍ਰਧਾਨ ਮੰਤਰੀ ਨੇ ਸਾਡੇ ਇਸ਼ਟ ਦੇ ਉੱਤੇ ਹਮਲਾ ਕੀਤਾ ਤੇ ਮੈਂ ਇਹਦੇ ਮਤਹਿਤ ਨੌਕਰੀ ਨਹੀਂ ਕਰਦਾ, ਤੇ ਉਹ ਫੜੇ ਗਏ ਸੀ। ਫੜਨ ਤੋਂ ਬਾਅਦ ਜਿਹੜੇ ਉਹਨਾਂ ਨੂੰ ਕਈ ਸਾਲ ਜੇਲ੍ਹ 'ਚ ਬਿਤਾਉਣੇ ਪਏ, ਭਾਗਲਪੁਰ ਦੀ ਜੇਲ੍ਹ ਦੇ ਵਿੱਚ, ਇਹ ਜਾਂ ਤਾਂ ਉਹ ਜਾਣਦੇ ਹੈ ਤੇ ਜਾਂ ਸਰਕਾਰਾਂ ਜਾਣਦੀਆਂ ਕਿ ਉਹਨਾਂ ਤੇ ਕਿੰਨਾ ਤਸ਼ੱਦਦ ਹੋਇਆ ਸੀ। ਉਹਨਾਂ ਦੀ ਬੇਟੀ ਨੇ ਇੱਕ ਕਿਤਾਬ ਲਿਖਿਆ, ਲਾਸਟ ਈਅਰਸ, ਮੇਰਾ ਗੁਆਚਿਆ ਬਚਪਨ, ਕਿ ਸਾਡਾ ਬਚਪਨ ਕਿਵੇਂ ਗੁਆਚ ਗਿਆ ਸੀ, ਪਿਓ ਤੋਂ ਬਗੈਰ ਉਹਨਾਂ ਨੇ ਆਪਣੇ ਦਿਨ ਕਿਵੇਂ ਕੱਟੇ ਸੀ। ਇਹਦੇ ਬਾਵਜੂਦ ਵੀ ਜੇ ਆਪਾਂ ਦੇਖੀਏ ਵੀ ਉਹਨਾਂ ਨੇ ਸਾਰੀਆਂ ਸਿਖਾਇਆ, ਪਰ ਉਹ ਕਹਿੰਦੇ ਮੈਨੂੰ ਖਾਲਿਸਤਾਨ ਚਾਹੀਦਾ ਪਰ ਪੁਰਅਮਨ। ਉਹ ਅਮਨ ਦੀ ਗੱਲ ਕਰਦੇ, ਉਹਨਾਂ ਨੇ ਕਦੇ ਵਾਇਲੈਂਸ ਦੀ ਗੱਲ ਨਹੀਂ ਕੀਤੀ। ਭਗਵੰਤ ਸਿੰਘ ਮਾਨ ਨੂੰ ਮੇਰਾ ਖਿਆਲ ਹੈ ਵੀ ਇਹ ਠੀਕ ਹੈ ਕਹਿ ਵੀ ਉਹ ਇਹ ਤਾਂ ਕਹਿ ਸਕਦੇ ਸੀ ਕਿ ਜੀ ਉਹਨਾਂ ਨੇ ਪਹਿਲਾਂ ਵੀ ਇੱਕ ਵਾਰੀ ਜਿੱਤੇ ਸੀ ਔਰ ਕਿਰਪਾਨ ਦੀ ਵਜ੍ਹਾ ਕਾਰਨ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਓਥ ਨਹੀਂ ਸੀ ਲਈ, ਲੇਕਿਨ ਸ਼ਾਂਤੀ ਬਾਰੇ ਗੱਲ ਜਿਹੜੀ ਹੈ ਉਹ ਨਹੀਂ ਸੀ ਕਰਨੀ। ਕੱਲ੍ਹ ਦਾਨੇਵਾਲੀਆ ਸਾਹਿਬ ਨਾਲ ਵੀ ਮੇਰੀ ਜਦੋਂ ਗੱਲ ਹੋ ਰਹੀ ਸੀ, ਉਦੋਂ ਵੀ ਉਹਨਾਂ ਨੇ ਮੈਨੂੰ ਇਹ ਸਵਾਲ ਉਚੇਚੇ ਤੌਰ ਤੇ ਪੁੱਛਿਆ ਸੀ ਕਿ ਵਿਦੇਸ਼ਾਂ ਦੇ ਵਿੱਚ ਲੋਕ ਇਹਨੂੰ ਮਹਿਸੂਸ ਕਰਦੇ, ਤੁਸੀਂ ਕੀ ਕਹਿੰਦੇ, ਆਪਾਂ ਉਹਨਾਂ ਨੂੰ ਉਹੀ ਇਨਫੋਰਮੇਸ਼ਨ ਦਿੱਤੀ ਸੀ। ਹਾਂ, ਅਗਲੀ ਗੱਲ ਜਿਹੜੀ ਫਿਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਹੀ ਹੈ, ਉਹ ਕਹਿੰਦਾ ਵੀ ਕਈ ਅੰਦਰ ਕੀਤੇ ਹੈ ਤੇ ਕਈਆਂ ਦੀ ਤਿਆਰੀ ਹੈ ਤੇ ਕਈਆਂ ਦੀ ਵਾਰੀ ਹੈ। ਬਿਲਕੁਲ ਜੀ, ਇਹ ਅਸੀਂ ਅੰਦਰ ਕਰਾਂਗੇ, ਵਾਰੀ ਤਿਆਰੀ ਤੇ ਕਈ ਅੰਦਰ ਕੀਤੇ ਹੈ। ਫਿਰ ਉਹ ਨਾਲ ਹੀ ਕਹਿੰਦੇ ਮੈਂ ਜਦੋਂ ਇੱਕ ਮੰਤਰੀ ਫੜਿਆ ਸਾਡੀ ਵਿਜੀਲੈਂਸ ਵਾਲੇ ਨੇ, ਤੇ ਵਿਜੀਲੈਂਸ ਵਾਲੇ ਨੇ ਮੈਨੂੰ ਕਿਹਾ ਸੀ ਕਿ ਜੀ ਸਵੇਰੇ ਫੜ ਲਾਂਗੇ, ਦਿਨ ਚੜ੍ਹੇ ਤੋਂ ਫੜ ਲਾਂਗੇ। ਕਹਿੰਦਾ ਮੈਂ ਕਿਹਾ ਅੱਧੀ ਰਾਤ ਨੂੰ ਫੜ ਲਓ, ਰਾਤ ਨੂੰ ਫੜ ਲਓ, ਵੱਡੇ ਤੜਕੇ, ਕਿਤੇ ਇਹ ਨਾ ਹੋਵੇ ਕੱਲ੍ਹ ਨੂੰ ਕਿਸੇ ਹੋਰ ਪਾਰਟੀ 'ਚ ਰਲ ਜੇ। ਹੋਰ ਪਾਰਟੀ 'ਚ ਕਿਹੜੀ 'ਚ ਰਲ ਜੇ? ਆਮ ਆਦਮੀ ਪਾਰਟੀ ਨੇ ਤਾਂ ਉਹਨੂੰ ਰਲਾਉਣਾ ਨਹੀਂ ਸੀ ਜੀ, ਫੜਨ ਦੀ ਤਿਆਰੀ ਸੀ। ਪੰਜਾਬ ਦੇ ਵਿੱਚ ਅਕਾਲੀ ਦਲ ਹੈ, ਅਕਾਲੀ ਦਲ ਦੇ ਵਿੱਚ ਕੌਣ ਜਾਊਗਾ? ਅਕਾਲੀ ਦਲ ਦੀ ਹਾਲਤ ਵੀ ਮਾੜੀ ਹੈ। ਜੇ ਕਾਂਗਰਸ ਪਾਰਟੀ ਛੱਡ ਕੇ ਸਾਧੂ ਸਿੰਘ ਧਰਮ ਤੋਂ ਸੋਤ ਭਾਰਤੀ ਜਨਤਾ ਪਾਰਟੀ 'ਚ ਜਾਂਦਾ ਹੈ ਤੇ ਫਿਰ ਡਰ ਕਾਹਦਾ ਸੀ ਭਗਵੰਤ ਸਿੰਘ ਮਾਨ ਨੂੰ? ਇਹਦਾ ਮਤਲਬ ਇਹ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਚਲਾ ਜਾਂਦਾ ਉਹ, ਫਿਰ ਉਹਨੂੰ ਹੱਥ ਨਹੀਂ ਪਾਇਆ ਜਾ ਸਕਦਾ। ਮੈਨੂੰ ਇਹ ਸਮਝ ਨਹੀਂ ਆਈ ਕਿ ਭਗਵੰਤ ਸਿੰਘ ਮਾਨ ਦਾ ਇਹ ਕਹਿਣ ਦਾ ਮਤਲਬ ਕੀ ਹੈ। ਜੇ ਉਹ ਅਜਿਹੀ ਗੱਲ ਕਰਦੇ ਹੈ ਤਾਂ ਇਹ ਗੱਲ ਮੇਰੇ ਖਿਆਲ ਮੁਤਾਬਕ ਉਹਨਾਂ ਦੀ ਠੀਕ ਨਹੀਂ। ਪਰ ਫਿਰ ਵੀ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜੀ ਕੋਈ ਗੱਲ ਨਹੀਂ, ਅਸੀਂ ਲੋਕਾਂ ਨਾਲ ਇਨਸਾਫ ਕਰਾਂਗੇ, ਲੋਕਾਂ ਨੂੰ ਵਧੀਆ ਸਰਕਾਰ ਦੇਵਾਂਗੇ, ਮੁਬਾਰਕ ਹੋਵੇ, ਰਿਜ਼ਲਟ ਆਪਣੇ ਸਾਹਮਣੇ ਆਈ ਜਾਊਗਾ। ਜਿੱਤਣਾ ਕਿਹਨੇ ਤੇ ਹਾਰਨਾ ਕਿਹਨੇ ਆਪਾਂ ਕੁਝ ਕਹਿ ਨਹੀਂ ਸਕਦੇ, ਲੇਕਿਨ ਇਹ ਗੱਲ ਮੰਨਣੀ ਪੈਣੀ ਹੈ ਕਿ ਐਤਕੀ ਗੇਮ ਜਿਹੜੀ ਹੈਗੀ ਹੈ ਬਹੁਤ ਕੋਣੀ ਹੈ, ਮੁਕਾਬਲਾ ਬਹੁਤ ਕੋਣਾ, ਤੇ ਜਿਹੜਾ ਹੈਗਾ ਬੜਾ ਟੱਕਰ ਤਿੱਖੀ ਹੈ। ਜੀ ਬਿਲਕੁਲ ਜੀ। ਸੋ ਟੱਕਰ ਤਾਂ ਇਸ ਵਾਰ ਯਕੀਨਨ ਜਿਹੜੀ ਹੈ ਬਹੁਤ ਤਿੱਖੀ ਹੈਗੀ ਹੈ ਜੀ ਸੰਗਰੂਰ ਦੀ ਇਹ ਬਾਈ ਇਲੈਕਸ਼ਨ ਦੀ। ਹਾਲਾਂਕਿ ਪਾਰਟੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਰਕਾਰ ਹਜੇ ਬਹੁਤ ਤਾਜ਼ੀ ਬਣਾਈ ਹੈ, ਪਰ ਉਸ ਦੇ ਬਾਵਜੂਦ ਵੀ ਬਹੁਤ ਚੁਣੌਤੀਆਂ ਉਹਨਾਂ ਦੇ ਅੱਗੇ ਲਗਾਤਾਰ ਖੜੀਆਂ ਹੋ ਰਹੀਆਂ ਨੇ। ਸੋ ਦੇਖਦੇ ਹਾਂ ਜੀ ਭਗਵੰਤ ਮਾਨ ਜੀ ਦੀ ਸਪੀਚ ਅਤੇ ਇਹ ਸੰਗਰੂਰ ਦੀ ਬਾਈ ਇਲੈਕਸ਼ਨ ਆਉਣ ਵਾਲੇ ਦਿਨਾਂ ਵਿੱਚ ਕੀ ਰੰਗ ਦਿਖਾਉਂਦੀ ਹੈ। ਸੋ ਅਗਲੀ ਹੁਣ ਜਿਹੜੀ ਆਪਾਂ ਖਬਰ ਲੈਣੀ ਚਾਹਾਂਗੇ ਜੀ, ਆਪਾਂ ਭਾਰਤੀ ਜਨਤਾ ਪਾਰਟੀ ਕਾਂਗਰਸ ਦੋਨਾਂ ਦੀ ਹੀ ਗੱਲਬਾਤ ਕਰਕੇ ਹਟੇ ਹਾਂ ਜੀ। ਅਤੇ ਕਾਂਗਰਸ ਪਾਰਟੀ ਦੇ ਜੇ ਆਪਾਂ ਕਹੀਏ ਤਾਂ ਰਾਹੁਲ ਗਾਂਧੀ ਜੀ ਜਿਹੜੇ ਸਾਬਕਾ ਪ੍ਰਧਾਨ ਨੇ, ਸੋ ਉਹਨਾਂ ਤੋਂ ਪੁੱਛਗਿੱਛ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਰਾਜ ਭਵਨਾਂ ਦਾ ਘਿਰਾਓ ਕੀਤਾ ਜਾ ਰਿਹਾ ਜੀ। ਚੰਡੀਗੜ੍ਹ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਜਿਹੜੇ ਕਾਂਗਰਸ ਦੇ ਨੇਤਾ ਨੇ ਉਹ ਇਕੱਠੇ ਹੋਏ ਸੀ, ਬੜਾ ਵੱਡਾ ਪ੍ਰੋਟੈਸਟ ਹੋਇਆ। ਬਿਲਕੁਲ, ਜਿਹੜੇ ਪ੍ਰੋਟੈਸਟ ਹੋਏ ਆ ਜਸਪ੍ਰੀਤ, ਤੇ ਪ੍ਰੋਟੈਸਟ ਇਕੱਲਾ ਪੰਜਾਬ ਦੇ ਵਿੱਚ ਨਹੀਂ ਹੋਇਆ, ਪ੍ਰੋਟੈਸਟ ਹੋਰਾਂ ਸਟੇਟਾਂ ਦੇ ਵਿੱਚ ਵੀ ਹੋਇਆ। ਹੈਦਰਾਬਾਦ ਦੇ ਵਿੱਚ ਵੀ ਇਹ ਪ੍ਰੋਟੈਸਟ ਹੋਇਆ ਹੈ, ਕੁਝ ਹੋਰ ਸਟੇਟਾਂ ਦੇ ਵਿੱਚ ਵੀ ਪ੍ਰੋਟੈਸਟ ਹੋਏ ਤੇ ਤਕੜੇ ਪ੍ਰੋਟੈਸਟ ਹੋਏ ਹੈ ਜੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੋਇਆ, ਸ਼ਾਇਦ ਜੰਮੂ ਕਸ਼ਮੀਰ 'ਚ ਵੀ ਹੋਇਆ, ਕਿਤੇ ਘੱਟ ਤੇ ਕਿਤੇ ਵੱਧ ਸਾਰਿਆਂ ਥਾਵਾਂ 'ਤੇ ਪ੍ਰੋਟੈਸਟ ਹੋਏ। ਪ੍ਰੋਟੈਸਟ ਕਿਉਂ ਹੋਏ ਹੈ? ਪ੍ਰੋਟੈਸਟ ਇਸ ਕਰਕੇ ਹੋਏ ਹੈ ਕਿ ਮਿਸਟਰ ਰਾਹੁਲ ਗਾਂਧੀ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਅਤੇ ਭਵਿੱਖ ਦੇ ਵਿੱਚ ਪ੍ਰਧਾਨ ਬਣਨ ਵਾਲੇ, ਅੱਛਾ ਜੀ, ਉਹਨਾਂ ਨੂੰ ਈਡੀ ਪਿਛਲੇ 3 ਦਿਨ ਲਗਾਤਾਰ ਰਿੜਕਦੀ ਰਹੀ ਹੈ ਜੀ। 30 ਘੰਟਿਆਂ ਦੇ ਕਰੀਬ ਈਡੀ ਨੇ ਉਹਨਾਂ ਤੋਂ ਸਵਾਲ ਪੁੱਛੇ ਹੈ ਤੇ ਉਹਨਾਂ ਦੀ ਲਿਖਤ ਪੜ੍ਹਤ ਕੀਤੀ ਹੈ ਜੀ। ਸੱਦਿਆ ਉਹਨਾਂ ਨੂੰ ਅੱਜ ਵੀ ਸੀ, ਚੌਥੇ ਦਿਨ, ਕਿ ਜੀ ਤੁਸੀਂ ਅੱਜ ਵੀ ਆ ਜਾਓ, ਪਰ ਅੱਜ ਸ਼ੁੱਕਰਵਾਰ ਹੈ ਤੇ ਉਹਨੇ ਕਹਿਤਾ ਸੀ ਕਿ ਮੇਰੀ ਮਾਂ ਬਿਮਾਰ ਹੈ। ਅੱਛਾ ਜੀ। ਮਿਸਿਸ ਸੋਨੀਆ ਗਾਂਧੀ ਕਹਿੰਦੇ ਆ ਜੀ ਆਫਟਰ COVID-19 ਜਿਹੜੀ ਉਹਨਾਂ ਨੂੰ ਬਿਮਾਰੀ ਸੀ, ਕਰੋਨਾ ਦੀ ਹੋ ਗਈ ਸੀ, ਉਹ ਤੋਂ ਬਾਅਦ ਸ਼ਾਇਦ ਉਹਨਾਂ ਨੂੰ ਕੋਈ ਫੰਗਸ ਦੀ ਪ੍ਰੋਬਲਮ ਵੀ ਆਈ ਹੈ। ਅੱਛਾ ਜੀ, ਅੰਦਰ ਕੋਈ ਪ੍ਰੋਬਲਮ ਆਈ ਹੈ। ਜੈਰਾਮ ਰਮੇਸ਼ ਦਾ ਬਿਆਨ ਆਇਆ ਹੈ, ਕਹਿੰਦਾ ਮੇਰੀ ਮਾਂ ਢਿੱਲੀ ਹੈ, ਬਿਮਾਰ ਹੈ, ਔਰ ਮੈਂ ਉਹਨਾਂ ਦੇ ਨਾਲ ਕੁਝ ਸਮਾਂ ਗੁਜ਼ਾਰਨਾ ਚਾਹੁੰਦਾ, ਇਸ ਕਰਕੇ ਮੈਂ ਸ਼ੁੱਕਰਵਾਰ ਨੂੰ ਨਹੀਂ ਆ ਸਕਦਾ, ਸੈਚਰਡੇ ਤੇ ਸੰਡੇ ਦੀ ਛੁੱਟੀ ਹੈ, ਤੇ ਹੁਣ ਸੋਮਵਾਰ ਨੂੰ ਮਤਲਬ ਜਿਹੜਾ ਹੈਗਾ ਉਹ ਦੁਬਾਰਾ ਫੇਰ ਪੇਸ਼ ਹੋਣਗੇ ਜੀ। ਉੱਥੇ ਈਡੀ ਕੀ ਕਰਦੀ ਹੈ, ਕੀ ਈਡੀ ਦਾ ਰਸੂਖ ਹੋਊਗਾ, ਵੱਖਰੀ ਗੱਲ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ ਨੂੰ 2015 ਦੇ ਵਿੱਚ ਈਡੀ ਨੇ ਬੰਦ ਕਰਤਾ ਸੀ ਆਪਣੇ ਆਪ, ਔਰ 15 ਤੋਂ ਬਾਅਦ
7 ਸਾਲਾਂ ਬਾਅਦ ਇਸ ਮਾਮਲੇ ਨੂੰ ਫੇਰ ਖੋਲ੍ਹਿਆ। ਇਹਨੂੰ ਲੈ ਕੇ ਵੀ ਕਿੰਤੂ ਪਰੰਤੂ ਕਾਫੀ ਹੋ ਰਹੇ ਹੈ ਕਿ ਜਿਹੜਾ ਟਾਈਮ ਦੀ ਚੋਣ ਕੀਤੀ ਹੈ ਉਹ ਜਿਹੜੀ ਹੈ ਟਾਈਮ ਬੜਾ ਘੱਲਲਾ ਹੈ। ਇੱਕ ਤਾਂ ਇਹ ਹੈ ਕਿ ਉਹ ਕਾਂਗਰਸ ਦੇ ਪ੍ਰਧਾਨ ਬਣਨ ਵਾਸਤੇ ਜਾ ਰਹੇ ਹੈ, ਦੂਜਾ ਇਹ ਕਿ ਰਾਸ਼ਟਰਪਤੀ ਦੀਆਂ ਚੋਣਾਂ ਆ ਰਹੀਆਂ, ਤੀਜਾ ਇਹ ਕਿ ਅੱਗੇ ਜਿਹੜੇ ਹੈਗੇ ਆ 2-3 ਸੂਬਿਆਂ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ, 2 ਸੂਬੇ ਗੁਜਰਾਤ ਔਰ ਹਿਮਾਚਲ ਪ੍ਰਦੇਸ਼, ਇੱਥੇ ਟੱਕਰ ਸਿੱਧੀ ਭਾਰਤੀ ਜਨਤਾ ਪਾਰਟੀ ਦੀ ਤੇ ਕਾਂਗਰਸ ਦੀ ਆਪਸ ਵਿੱਚ। ਭਾਵੇਂ ਇਹਨਾਂ ਦੋਵਾਂ ਥਾਵਾਂ ਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਆਪਣੀ ਜ਼ੋਰ ਅਜ਼ਮਾਈ ਕਰਨੀ ਹੈ, ਲੇਕਿਨ ਜੇ ਪੁਰਾਣਾ ਇਤਿਹਾਸ ਦੇਖੀ ਤੇ ਇਹਨਾਂ ਦੋਨਾਂ ਦੀ ਆਪਸੀ ਟੱਕਰ ਹੁੰਦੀ ਹੈ। ਉਹ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਇਸ ਤਰ੍ਹਾਂ ਜਿਹੜਾ ਹੈਗਾ ਗ੍ਰਿਲ ਕਰਨਾ, ਇਹ ਕਾਂਗਰਸੀਆਂ ਨੂੰ ਜਿਹੜਾ ਹੈਗਾ ਹਜਮ ਨਹੀਂ ਹੋਇਆ। ਉਹਨਾਂ ਨੇ ਕਿਹਾ ਜੀ ਇਹ ਗਲਤ ਹੈ। ਇਹਦੇ ਨਾਲ ਜਿਹੜੀ ਵੱਡੀ ਗੱਲ ਹੈ ਕਿ ਸੱਦਾ ਕਿਉਂ ਦੇਣਾ ਪਿਆ। ਪ੍ਰੋਟੈਸਟ ਤਾਂ ਪਹਿਲਾਂ ਵੀ ਕਰੀ ਜਾਂਦੇ ਸੀ, ਰਾਜ ਭਵਨਾਂ ਦਾ ਘਿਰਾਓ ਕਰਨ ਦਾ ਸੱਦਾ ਕਾਂਗਰਸ ਨੂੰ ਕਿਉਂ ਦੇਣਾ ਪਿਆ? ਉਹਦਾ ਦੇਣ ਦਾ ਵੱਡਾ ਕਾਰਨ ਇਹ ਹੈ ਕਿ ਪਿਛਲੇ ਦਿਨੀ ਜਦੋਂ ਕਾਂਗਰਸ ਦੇ ਵਰਕਰ ਆਪਣੇ ਹੈੱਡਕੁਆਟਰ ਜਿਹੜਾ ਆਲ ਇੰਡੀਆ ਕਾਂਗਰਸ ਪਾਰਟੀ ਦਾ ਆਫਿਸ ਹੈ, ਉੱਥੇ ਵਰਕਰ ਤੇ ਲੀਡਰ ਇਕੱਤਰ ਹੁੰਦੇ ਸੀ, ਉਹਨਾਂ ਨੂੰ ਰੋਕਣ ਵਾਸਤੇ ਉੱਥੇ ਬੈਰੀਕੇਡਿੰਗ ਕੀਤੀ ਸੀ। ਜੇ ਉਹ ਆਪਣੇ ਦਫ਼ਤਰ ਦੇ ਵਿੱਚ ਕਾਂਗਰਸ ਦੇ ਵਰਕਰ ਜਾਂਦੇ ਆ, ਲੀਡਰ ਜਾਂਦੇ ਆ, ਵਿੱਚ ਮੁੱਖ ਮੰਤਰੀ ਜਾਂਦੇ ਆ, ਔਰ ਮੁੱਖ ਮੰਤਰੀਆਂ ਤੱਕ ਨੂੰ ਰੋਕ ਦਿੱਤਾ ਗਿਆ ਜੀ। ਜਿਹੜਾ ਮਿਸਟਰ ਬਘੇਲ ਹੈ ਛੱਤੀਸਗੜ੍ਹ ਦਾ ਮੁੱਖ ਮੰਤਰੀ, ਉਹਨੂੰ ਵੀ ਰੋਕਤਾ ਵੀ ਤੂੰ ਅੰਦਰ ਨਹੀਂ ਜਾਣ ਦੇਣਾ, ਤੈਨੂੰ ਅੰਦਰ ਨਹੀਂ ਜਾਣ ਦੇਣਾ। ਮਿਸਟਰ ਆਪਣੇ ਅਸ਼ੋਕ ਗਹਿਲੋਤ, ਉਹਨਾਂ ਨੂੰ ਵੀ ਰੋਕ ਦਿੱਤਾ। ਇਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਪ੍ਰੋਟੈਸਟ ਕੀਤਾ, ਔਰ ਪ੍ਰੋਟੈਸਟ ਬੜੇ ਤਿੱਖੇ ਹੋਏ ਹੈ। ਇੱਥੇ ਜੇ ਆਪਾਂ ਪੰਜਾਬ ਵਾਲੇ ਪ੍ਰੋਟੈਸਟ ਦੀ ਗੱਲ ਕਰੀਏ ਤਾਂ ਰਾਜਾ ਵੜਿੰਗ ਦੀ ਅਗਵਾਈ ਦੇ ਹੇਠ ਕਾਂਗਰਸ ਪਾਰਟੀ ਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਹੈ, ਬੜਾ ਜੁਝਾਰੂ ਪ੍ਰਦਰਸ਼ਨ ਸੀ, ਔਰ ਉਹਦਾ ਨਤੀਜਾ ਕਿ ਉਹਨਾਂ ਦੇ ਉੱਤੇ ਪਾਣੀ ਦੀਆਂ ਬੁਛਾਰਾਂ ਵੀ ਮਾਰੀਆਂ ਗਈਆਂ। ਔਰ ਇਉਂ ਲੱਗਦਾ ਸੀ, ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਸ਼ਾਇਦ ਕੋਈ ਨੁਕਸਾਨ ਨਾ ਹੋ ਜਾਏ ਕੰਨ ਵਗੈਰਾ ਦਾ, ਪਰ ਰਾਜਾ ਵੜਿੰਗ ਉਸ ਤੋਂ ਬਾਅਦ ਲਗਾਤਾਰ ਬੋਲਦਾ ਤੇ ਇਸ ਵੇਲੇ ਆਪਣੀ ਕੰਪੇਨ ਵੀ ਕਰ ਰਿਹਾ ਧੂਰੀ ਦੇ ਵਿੱਚ। ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਕਾਂਗਰਸ ਜਿਹੜੀ ਇਉਂ ਲੱਗਦਾ ਸੀ ਕਿ ਲਗਭਗ ਖਤਮ ਹੋ ਗਈ। ਆਹ ਰਾਹੁਲ ਗਾਂਧੀ ਨੂੰ ਜਿਹੜਾ ਪੁੱਛਗਿੱਛ ਦੇ ਮਾਮਲੇ 'ਚ ਇਹਨਾਂ ਨੇ ਅੱਗੇ ਲੈ ਕੇ ਆਂਦਾ, ਉਹ ਤੋਂ ਬਾਅਦ ਕਾਂਗਰਸ ਪਾਰਟੀ ਹੈ ਜਿਹੜੀ ਉਹਨੇ ਆਪਦੀ ਅੰਗੜਾਈ ਭੰਨੀ ਹੈ ਤੇ ਹੁਣ ਉਹ ਮੈਦਾਨ 'ਚ ਆ ਗਈ ਹੈ। ਤੇ ਲੱਗਦਾ ਹੈ ਜੇ ਇਉਂ ਹੀ ਚੱਲਦਾ ਰਿਹਾ 4-6 ਮਹੀਨੇ ਇਹਨਾਂ ਦਾ ਸਿਲਸਿਲਾ, ਜੇ ਇਨ ਕੇਸ ਕਿਤੇ ਰਾਹੁਲ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਕਾਂਗਰਸ ਪਾਰਟੀ ਆਪਣੀ ਐਜੀਟੇਸ਼ਨ ਨੂੰ ਬਰਕਰਾਰ ਰੱਖਦੀ ਹੈ, ਤਾਂ ਇਹਦੇ ਨਾਲ ਜ਼ਰੂਰ ਉਹਨਾਂ ਨੂੰ ਲਾਭ ਮਿਲੂਗਾ ਜੀ। ਜੀ ਜੀ ਯਕੀਨਨ ਜੀ, ਕਾਂਗਰਸ ਪਾਰਟੀ ਜਿਹੜੀ ਹੈ ਉਹ ਇੱਕ ਤਰ੍ਹਾਂ ਦਾ ਰਿਵਾਈਵਲ ਦੇ ਵਿੱਚੋਂ ਲੰਘ ਹੀ ਰਹੀ ਹੈਗੀ। ਸੋ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਮਸਲੇ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਹੈ। ਸੋ ਫਿਲਹਾਲ ਇਹਨਾਂ ਖਬਰਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਤੇ ਵਿਸਥਾਰ ਦੇ ਵਿੱਚ ਵਿਸ਼ਲੇਸ਼ਣ ਕਰਨ ਦੇ ਲਈ, ਚਰਚਾ ਕਰਨ ਦੇ ਲਈ ਬਖਤੌਰ ਸਿੰਘ ਢਿੱਲੋਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ ਜੀ। ਸੋ ਪਿਆਰੇ ਸਰੋਤਿਓ, ਇਸ ਦੇ ਨਾਲ ਹੀ ਜੀ ਹੁਣ ਵੇਲਾ ਹੋ ਗਿਆ ਜੀ ਆਪ ਸਭ ਜੀ ਤੋਂ ਇਜਾਜ਼ਤ ਲੈਣ ਦਾ, ਤੇ ਅੱਜ ਦਿਨ ਸੀਗਾ ਜੀ ਸ਼ੁੱਕਰਵਾਰ ਦਾ। ਸੋ ਇਸ ਲਈ ਅਸੀਂ ਹੁਣ ਮਿਲਾਂਗੇ ਜੀ 2 ਦਿਨਾਂ ਦੇ ਵਕਫੇ ਬਾਅਦ, ਤੇ ਆਪਾਂ ਹੁਣ ਸੋਮਵਾਰ ਨੂੰ ਸਾਂਝ ਪਾਵਾਂਗੇ ਜੀ। ਸੋਮਵਾਰ ਨੂੰ ਪ੍ਰੋਗਰਾਮ ਸ਼ਮਾਦਾਨ ਲੈ ਕੇ ਮੁੜ ਤੋਂ ਮੈਂ ਹਾਜ਼ਰ ਹੋਵਾਂਗਾ ਜੀ। ਤੇ ਫਿਲਹਾਲ ਅਸੀਂ ਆਪ ਸਭ ਜੀ ਤੋਂ ਲੈਣੀ ਚਾਹਾਂਗੇ ਇਜਾਜ਼ਤ ਜੀ। ਸੋ ਰੱਖਿਓ ਆਪਣਾ ਖਿਆਲ, ਤੇ ਹੁਣ ਮਿਲਾਂਗੇ ਜੀ ਆਪਾਂ ਸੋਮਵਾਰ ਨੂੰ। ਸ਼ਮਾਦਾਨ।